हर कंठ नानक उर हारी रे। तू मेरो मेर परबत स्वामी, ऊट गही मैं तेरी। ना तुम डोलो हो ना हम गिरते, रख लीनी हर मेरी। तेरी पनाह खुदाए तू बख्शिंदगी। शेख फरीदा खैर दीजा बंदगी। धन वाहिगुरु साहिब जी। फरीदा कोठे मंडप माड़ियां, एत ना लाए चित। मिट्टी पई अतोलवी, कोई ना होसी मित। फरीदा मंडप माल न लाए, मरग सताणी चित धर। साईं जाए समाल, जिथै ही तौ वंजणा। साई जाए समाल, जिथै ही तौ वंजणा। वाहिगुरु जी का खालसा, वाहिगुरु जी की फतेह। साहिब सतगुरु श्री गुरु ग्रंथ साहब महाराज जी दे पावन मुकद्दस हजूरी अंदर सुभाईमान गुरु प्यारे सन्मानयोग सत्संगी जनों, लगातार लड़ीवार समागमां दी इस लड़ी दे विच वख वख मौजिज़ हस्तियां, पतवंते सज्जण, कौम दे बहुत वड्डे विद्वानां तो आप पिछले इस महीने की आरंभता तो गुरु नानक देव जी महाराज जी दे पावन प्रकाश दिहाड़े नूं समर्पित बाबा शेख फरीद जी दे सलोकां दे विचार सरवण कर रहे हो। बड़ी बख्शिश है इस पावन स्थान ते जो लगातार हर साल गुरु नानक देव जी महाराज जी दे प्रकाश दिहाड़े नूं समर्पित सतगुरां दी बाणी दी लड़ीवार कथा विचार दे इस समागम दी लड़ी इत्थे लगातार चलती है। और दास दे वड्डे भाग ने कि इस स्थान दे सेवादार, इस स्थान दे जिन्हें भी पार ब्रह्म परमेश्वर वाहिगुरु जी दे भाव दे विच तुरन वाले अणथक मशक्कत करके इन्हां समागमां नूं कराउंदे ने ते दास नूं आप संगतां दे दर्शन करन दा सुभाग बख्शदे ने। आओ आप बख्शो असीस जिन्हें आप गुरदरबार विच मौजूद हो, मीडिया राही जिन्हें घर बैठे सरवण कर रहे हो। कल गुरमुख प्यारे पंथ दे महान विद्वान भाई साहब भाई हरपाल सिंह जी ने आप जी नूं 56 सलोकां तक बाबा शेख फरीद जी दे बाणी ते बाणी दी विचार दे विच पए हुए रमजी तत्तां तो जाणू कराया सी। बाबा शेख फरीद जी दे सलोक इउं समझिए कि जिवें समुंदर है ते समुंदर दे उत्ते लहरां ने। लहरां वेख के कई पिछे मुड़ जाणगे, पर कोई विरला होएगा जो समुंदर दी गहराई तल तक जाके समुंदर दे विचों बेशकीमती मोती ते माणक कढ के लियाएगा। इउं बाबा फरीद दे सलोक ने वेखण नूं पंजाबी दे ने, ठेठ पंजाबी है, उत्तों उत्तों पढ़ के कोई भी मुड़ जाएगा, पर इन्हां दो तुकां दे एक एक सलोक दे विच जिन्नी रमज़ बाबा शेख फरीद ने पाई है, बस रह रब दा नां कोई विरला गुरमुख ही
ਚੁੱਭੀ ਲਾ ਕੇ ਇਹਦੇ ਵਿੱਚੋਂ ਮਾਣਕ ਰਤਨ ਕੱਢ ਸਕਦਾ ਹੈ। ਜਿੰਨੇ ਪੜਨ ਵਿੱਚ ਸੌਖੇ ਨੇ ਉਨੇ ਹੀ ਵਿਚਾਰਨ ਦੇ ਵਿੱਚ ਮਹਿੰਗੇ ਨੇ। ਔਰ ਸੱਚੀ ਗੱਲ ਹੈ ਕਿ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਇਹਨਾਂ ਸ਼ਲੋਕਾਂ ਦੀ ਵਿਚਾਰ ਹੋ ਸਕਦੀ ਹੈ। ਆਪ ਬਖਸ਼ੋ ਅਸੀਸ। 57 ਸ਼ਲੋਕ ਤੋਂ ਆਪ ਸੰਗਤਾਂ ਦੇ ਚਰਨ ਪਰਸਨ ਦਾ ਸੁਭਾਗ ਦਾਸ ਦੀ ਝੋਲੀ ਪਿਆ। ਸਤਿਗੁਰ ਰਹਿਮਤ ਕਰਨ, ਬਾਬਾ ਸਾਹਿਬ ਆਪ ਨਦਰੇ ਇਨਾਇਤ ਕਰਕੇ ਆਪਣੀ ਉਚਾਰੀ ਹੋਈ ਅਗਮੀ ਬਾਣੀ ਇਹਨਾਂ ਸ਼ਲੋਕਾਂ ਦੀ ਵਿਚਾਰ ਕਰਾਉਣ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਈਏ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋਂ, ਤੋਂ ਪਰਮ ਗੁਰੂ ਨਾਨਕ ਗੁਣ ਗਾਵੋਂ। ਗੁਰੂ ਨਾਨਕ ਸਾਹਿਬ ਰਹਿਮਤ ਕਰਨ, ਆਪ ਸੰਗਤ ਅਸੀਸ ਬਖਸ਼ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਵਾਰੀ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ। ਮਿੱਟੀ ਪਈ ਅਤੁਲਵੀ, ਕੋਇ ਨਾ ਹੋਸੀ ਮਿਤ। ਇਹ ਲਗਾਤਾਰ 4-5 ਸ਼ਲੋਕ ਬਾਬਾ ਸ਼ੇਖ ਫਰੀਦ ਜੀ ਦੇ ਇੱਕੋ ਵਿਸ਼ੇ ਦੇ ਚੱਲ ਰਹੇ ਨੇ। ਜਿਸ ਤਰ੍ਹਾਂ ਆਪ ਜੀ ਨੇ 56ਵਾਂ ਸ਼ਲੋਕ ਪੜ੍ਹਿਆ, ਫਰੀਦਾ ਕੋਠੇ ਧੁੱਕਣ ਕੇਤੜਾ, ਫਿਰ ਨੀਂਦੜੀ ਨਿਵਾਰ। ਉਹ ਵੀ ਕੋਠੇ ਦੇ ਨਾਲ ਸੀ। ਬਈ ਸਾਡੇ ਘਰ ਨੇ ਤੇ ਸਾਡੇ ਘਰ ਕਿਸੇ ਦਾ ਹੱਦ ਮਾਰ ਕੇ 1000 ਗਜ ਦਾ ਹੋਏਗਾ, ਕਿਸੇ ਦਾ 2000 ਗਜ ਹੋਏਗਾ, ਜਾਂ ਕੋਈ ਵਿਰਲਾ ਟਾਮਾ ਹੋਏਗਾ ਜਿਹਦੀ 5000 ਗਜ ਦੀ ਕੋਈ ਕੋਠੀ ਹੋਏ। ਬਾਕੀ ਨਹੀਂ ਤੇ ਸਾਡੇ ਘਰ 100 ਗਜ, 50, 150, 200 ਇੰਨਾ ਕਹਿ ਚਲੋ 2000 ਗਜ ਵੀ ਹੋ ਜਾਏ, ਫਿਰ ਵੀ ਤੇ ਉਹਦੀ ਸੀਮਾ ਹੈ ਨਾ। ਬਾਬਾ ਸ਼ੇਖ ਫਰੀਦ ਕਹਿੰਦੇ ਘਰ ਦੇ ਕੋਠੇ ਦੀ ਸੀਮਾ ਹੈ, ਘਰ ਦੇ ਛੱਤ ਦੀ ਸੀਮਾ ਹੈ। ਕਿੰਨੀ ਕੁ ਦੌੜ ਭੱਜ ਕਰ ਲੋਗੇ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਹੀ ਹੈ ਨਾ। ਬਸ ਸੰਸਾਰ ਦੀ ਦੌੜ ਭੱਜ ਵੀ ਇਵੇਂ ਹੀ ਹੈ। ਕਿੰਨਾ ਕੁ ਭੱਜ ਲੇਗਾ ਮਨੁੱਖ। ਇਹ ਘਰ ਦੀ ਛੱਤ ਦੀ ਦੌੜ ਦੇ ਬਰਾਬਰ ਹੈ ਕਿ ਫਿਰ ਪਰਤ ਕੇ ਵਾਪਸ ਆਉਣਾ ਪੈਣਾ ਤੈਨੂੰ, ਫਿਰ ਮੋੜਾ ਪਾਉਣਾ ਪੈਣਾ ਤੈਨੂੰ, ਕਿਉਂਕਿ ਕੋਠਾ ਮੁੱਕ ਜਾਣਾ। ਇਸ ਗੱਲ ਨੂੰ ਬਾਬਾ ਫਰੀਦ ਜੀ ਨੇ 56 ਸ਼ਲੋਕ ਦੇ ਵਿੱਚ 56ਵੇਂ ਸ਼ਲੋਕ 'ਚ ਚੇਤੇ ਕਰਾਇਆ ਕਿ ਤੇਰੀ ਦੌੜ ਕਿੰਨੀ ਆ। ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਨਾ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਕਹਿੰਦੇ ਬੰਦੇ ਦੀ ਦੌੜ ਕਿੰਨੀ ਆ, ਜਿਵੇਂ ਖੂਹ ਦਾ ਡੱਡੂ ਹੁੰਦਾ ਹੈ। ਖੂਹ ਦੇ ਡੱਡੂ ਕੋਲ ਸਮੁੰਦਰ ਦਾ ਡੱਡੂ ਚਲਾ ਗਿਆ ਤੇ ਕਹਿੰਦਾ ਸਮੁੰਦਰ ਬੜਾ ਵੱਡਾ ਹੈ। ਖੂਹ ਦਾ ਡੱਡੂ ਛਾਲ ਮਾਰ ਕੇ ਕਹਿੰਦਾ ਇੰਨਾ ਵੱਡਾ ਤੇਰਾ ਸਮੁੰਦਰ। ਤੇ ਸਮੁੰਦਰ ਦਾ ਡੱਡੂ ਕਹਿੰਦਾ ਭਰਾਵਾ ਤੂੰ ਛਾਲ ਵੀ ਨਹੀਂ ਮਾਰ ਸਕਦਾ, ਕਿੰਨਾ ਵੱਡਾ ਸਮੁੰਦਰ ਹੈ। ਤੇ ਖੂਹ ਦੇ ਡੱਡੂ ਨੇ ਹੋਰ ਵੱਡੀ ਛਾਲ ਮਾਰੀ, ਕਹਿੰਦਾ ਇੰਨਾ ਵੱਡਾ ਤੇਰਾ ਸਮੁੰਦਰ ਹੈ। ਸਮੁੰਦਰ ਵਾਲਾ ਡੱਡੂ ਕੁਝ ਨਾ ਬੋਲਿਆ, ਕਹਿੰਦਾ ਨਹੀਂ ਭਰਾਵਾ ਇੰਨਾ ਵੀ ਨਹੀਂ, ਹੋਰ ਵੱਡਾ। ਖੂਹ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੱਕ ਖੂਹ ਦੇ ਡੱਡੂ ਨੇ ਛਾਲ ਮਾਰ ਕੇ ਕਿਹਾ ਇਸ ਤੋਂ ਵੱਡਾ ਨਹੀਂ ਹੋ ਸਕਦਾ। ਕਿਉਂ? ਖੂਹ ਦੇ ਡੱਡੂ ਦੀ ਸੀਮਾ ਉਨੀ ਹੈ। ਸੱਚੀ ਇਹ ਹੈ, ਸਾਡੀ ਮਾਨਸਿਕ ਸੀਮਾ ਦਾ ਦਾਇਰਾ ਹੈ ਤੇ ਪ੍ਰਭੂ ਦੀ ਰਹਿਮਤ ਦੀ ਕੋਈ ਸੀਮਾ ਨਹੀਂ ਹੈ। ਅਸੀਂ ਜੋ ਵੀ ਕਾਰਜ ਕਰਾਂਗੇ ਕਿਸੇ ਗਰਜ਼ ਕਿਸੇ ਸੀਮਾ ਦੇ ਵਿੱਚ ਰਹਿ ਕੇ ਕਰਾਂਗੇ। ਇਸੇ ਨੀਂਦ ਦੇ ਵਿੱਚ ਅਸੀਂ ਗਾਫਲ ਪਏ ਹਾਂ। ਇਸੀ ਗੱਲ ਨੂੰ ਬਾਬਾ ਫਰੀਦ ਜੀ 57 ਸ਼ਲੋਕ ਦੇ ਵਿੱਚ ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ। ਕਹਿੰਦੇ ਘਰ ਜਿੰਨੇ ਮਰਜ਼ੀ ਸ਼ਾਨਦਾਰ ਬਣਾ ਲਈਏ, ਕੋਠੇ ਜਿੰਨੇ ਮਰਜ਼ੀ ਉੱਚੇ ਹੋਣ, ਬਾਲਕਨੀਆਂ ਜਿੰਨੀਆਂ ਮਰਜ਼ੀ ਸੋਹਣੀਆਂ ਹੋਣ, ਤੇ ਜਿੰਨਾ ਮਰਜ਼ੀ ਡੂੰਘਾ ਚਿੱਤ ਲੱਗ ਜਾਏ, ਬਾਬਾ ਫਰੀਦ ਕਹਿੰਦੇ ਸੱਚ ਤੇ ਇਹ ਹੈ, ਮਿੱਟੀ ਪਈ ਅਤੁਲਵੀ ਕੋਈ ਨਾ ਹੋਸੀ ਮਿਤ। ਮੈਨੂੰ ਇਹ ਤੇ ਚੇਤਾ ਹੈ ਕਿ ਮੈਂ ਆਪਣੇ ਘਰ ਦੇ ਵਿੱਚ ਜਰਮਨ ਫਰਸ਼ ਮਾਰਬਲ ਲਵਾਇਆ, ਮੈਂ ਫਲਾਣਾ ਮਾਰਬਲ ਲਗਾਇਆ ਉੱਥੋਂ ਲਿਆ ਕੇ ਆਪਣੀ ਕੰਨਾਂ ਤੇ। ਬਾਬਾ ਫਰੀਦ ਕਹਿੰਦੇ ਇਹ ਤੇ ਯਾਦ ਹੈ ਕਿ ਫਲਾਣਾ ਪੇਂਟ, ਫਲਾਣਾ ਨੈਰੋਲੈਕ ਦਾ, ਫਲਾਣਾ ਰੰਗ ਰੋਗਣ ਮਹਿੰਗੇ ਤੋਂ ਮਹਿੰਗਾ ਕਰਾਇਆ, ਫਾਲ ਸੀਲਿੰਗ ਵੀ ਲਗਾਈ ਹੈ, POP ਵੀ, ਸਭ ਕੁਛ।
एक एक खुंजे का चेता है, किथे केड़ी चीज़ लगी है। बिजली के जोड़े बटन भी लवाए ने, वो भी मैं फलाने लगाए ने। बंदे नूं घर दी हर एक चीज़ चेते है। घर विच लगाए हुए बेशकीमती गलीचे कलीन हर एक चीज़ का उन्होंने चेते है। लए हुए महंगे बैठण वालियां कुर्सियां सोफे सब कुछ तेरे चित्त विच है। बाबा फरीद कहंदे इनू छड्ड ते ओ चेते कर कि तेरे उत्ते तेरी कबर ते किन्नी मिट्टी पएगी, ओदा चेता कीता कदी तैं? बड़ी प्यारी गल कीती बाबा शेख फरीद ने, जिन्हों गुरु रामदास जी महाराज कहंदे कंचन नारी मैं जियो लुबत है, मोह मीठा माया घर मंदिर घोड़े खुशी मन अनरस लाया। सब कुछ चेता है, घर मंदिर का सब नूं चेता है। जिथे मर्जी होए अपने अपने घरां दा चेता होना भी चाहिए, चंगे तो चंगे घर होने भी चाहिए। पर कल्ले अपने घर मंदिर दे चेते रह गए तो असल घर नूं भुल जाओ, फिर महाराज कहंदे गल ते नहीं बनी ना। असल घर किहड़ा है? निज घर महल पावो सुख सहजे, बहुर ना होए गो फेरा। असल घर ये है। बाबा शेख फरीद बड़ा सोहना बचन करते हैं, जिन्हों गुरु रामदास जी भी कहते हैं कि साडा मन जिहड़ा कंचन नारी मैं जियो लुबत है, मोह मीठा माया घर मंदिर घोड़े खुशी मन अनरस लाया, हर प्रभ चित ना आवई क्यों छूटा मेरे हर राया। ये प्रभु का चेता नहीं आया। मेरे राम यह नीच कर्म हर मेरे, गुणवंता हर हर दयाल कर कृपा बख्श, अवगण सब मेरे। अच्छा, सूही राग दे विच 3 बाणियां कट्ठियां ने, कुचज्जी सुचज्जी ते गुणवंती। कुचज्जी सुचज्जी गुरु नानक साहब दी है, गुणवंती गुरु अर्जुन साहब जी दी है, तीनों कट्ठियां ने। कुचज्जी बाणी दे विच गुरु नानक साहब ते ये तक चेते करांदे ने कि बंदे नूं घर विच लाइयां इट्टां दा भी चेता हुंदा, फलानी इट्ट लगी हुई है। घर विच लगियां केड़ा सीमेंट केड़ा रेता की कुछ मार्बल वरत्या, ये सब कुछ चेता है। पर बंदे नूं ये नहीं चेता कि एक वेरे ये शरीर भी मिट्टी हो जाएगा, जां अतोल भी मिट्टी पिंडे उत्ते पैनी है, वह भी चेता करो। अज मैं जिक्र नहीं छेड़ रहा, कल नूं मैं जरूर इसका जिक्र करांगा। बाबा शेख फरीद का इक्को एक ऑथेंटिक रिसोर्स है, जिन्हों असी शेख फरीद शक्करगंज आखते हैं ना। शेख फरीदुद्दीन नाम है, शक्करगंज तखल्लस है बाबा फरीद नूं चेते करन दा। बाबा फरीद का इक्को एक ओरिजिनल सोर्स है उन्होंने जीवन का, उस सोर्स का नाम है फवायदुल फवाद। 1343 ईस्वी दे विच लिखिया होया ग्रंथ बाबा शेख फरीद जी दे बाबत। 1173 बाबा शेख फरीद जी का समय गुरु नानक साहब तो 350 साल पहला दे पुरातन भगत ने बाबा शेख फरीद, और गुरु ग्रंथ साहब जी दे सब तो पुरातन भगतों विचों दूसरे भगत ने। जयदेव जी का समा 1170 है, बंगाली भगत, ते भगत बाबा शेख फरीद जी का समा 1173 है। ते बाबा शेख फरीद शक्करगंज की भुलेखा बड़ा है, क्योंकि फरीद नाम दे बड़े सूफी मत दे विच होए ने, जिन्हां दा भुलेखा बहुत विद्वानां ने खादा है, टपला खादा है कि कईयां नूं होरां नूं बाबा फरीद भी मन्निया, पर शेख फरीद शक्करगंज इक्को ही होया है ते इक्को ही रहेगा। गुरु नानक साहब महाराज जी पाकपटन की धरती ते गए ने, ते शेख फरीद दे 11वें गद्दी नशीन शेख ब्रह्म कोलों उन्हां दी लिखत जिहड़ी ये बाणी सी बाबा फरीद दी, एक कलाम सी, ये लैके आए ने। बाबा शेख फरीद तो बाद मैं बाबा शेख फरीद के उस्ताद का भी जिक्र करांगा कल, जिहड़े गुरु सन कुतुबुद्दीन बख्तियार काकी। उन्हां दे दादा उस्ताद का भी कल जिक्र असी करांगे कि कुतुबुद्दीन बख्तियार काकी दे गुरु कौन सन। ये जिहड़ी सूफी सिलसिला है, चिश्ती परंपरा दे मालिक ने, ये सारी इन्हां दी गद्दी नशीनी, इन्हां दा कुर्सीनामा कल नूं आप संगतां दे सामने रखांगे। अज सिर्फ सलोक फवायदुल फवाद ग्रंथ है, जिहड़ा बाबा शेख फरीद शक्करगंज तो बाद गद्दी नशीन कौन होया,
ਬਾਬਾ ਫਰੀਦ ਤੋਂ ਬਾਅਦ ਉਹਨਾਂ ਦੀ ਗੱਦੀ ਤੇ ਬੈਠਾ ਹਜ਼ਰਤ ਨਿਜ਼ਾਮੂਦੀਨ, ਜਿਹਦਾ ਦਿੱਲੀ ਦੇ ਵਿੱਚ ਵੀ ਬੜਾ ਨਾਮ ਹੈ। ਹਜ਼ਰਤ ਨਿਜ਼ਾਮੂਦੀਨ ਬਾਬਾ ਸ਼ੇਖ ਫਰੀਦ ਤੋਂ ਬਾਅਦ ਗੱਦੀ ਨਸ਼ੀਨ ਹੋਇਆ। ਹਜ਼ਰਤ ਨਿਜ਼ਾਮੂਦੀਨ ਤੋਂ ਬਾਅਦ ਉਹਦੀ ਗੱਦੀ ਤੇ ਬੈਠਾ ਹੈ ਸ਼ੇਖ ਦਹਿਲਵੀ। ਸੋ ਇਹ ਜਿਹੜਾ ਫਵਾਇਦੁਲ ਫਵਾਦ ਫਾਰਸੀ ਦਾ ਗ੍ਰੰਥ ਹੈ, ਇਹ ਸਾਰਾ ਗ੍ਰੰਥ ਬਾਬਾ ਸ਼ੇਖ ਫਰੀਦੁਦੀਨ ਸ਼ੱਕਰਗੰਜ ਦੇ ਜੀਵਨ ਉੱਤੇ ਹੈ। ਬਾਬਾ ਸ਼ੇਖ ਫਰੀਦ ਦਾ ਸਾਹ ਲੈਣਾ, ਭੋਜਨ ਖਾਣਾ, ਤੁਰਨਾ ਫਿਰਨਾ, ਪੈਣਾ, ਨਮਾਜ਼ ਕਰਨੀ, ਮੁਖ ਤੋਂ ਬਚਨ ਉਚਾਰਨੇ, ਛੋਟੀ ਤੋਂ ਛੋਟੀ ਡਿਟੇਲ ਹਜ਼ਰਤ ਨਿਜ਼ਾਮੂਦੀਨ ਨੇ ਜੋ ਵੇਖਿਆ ਆਪਣੀ ਅੱਖਾਂ ਤੋਂ, ਉਹ ਸ਼ੇਖ ਦਹਿਲਵੀ ਤੋਂ ਲਿਖਵਾ ਕੇ ਇਹ ਗ੍ਰੰਥ ਤਿਆਰ ਕਰਵਾਇਆ, ਜਿਸ ਗ੍ਰੰਥ ਦਾ ਨਾਮ ਸੀ ਫਵਾਇਦੁਲ ਫਵਾਦ। ਤੇ ਇਸ ਗ੍ਰੰਥ ਨੂੰ ਖੋਜਿਆ ਤੇ ਲੱਭਿਆ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ। ਇਹ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਜਿਸ ਯੂਨੀਵਰਸਿਟੀ ਦੇ ਡਿਪਾਰਟਮੈਂਟ ਤੋਂ ਮੈਂ PhD ਕੀਤੀ ਹੈ, ਜਿੱਥੇ ਪੜ੍ਹਾਇਆ ਹੈ, ਗੁਰੂ ਨਾਨਕ ਸਟੱਡੀਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਹ ਪਹਿਲੇ ਹੈੱਡ ਹੋਏ ਨੇ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਇਸ ਕਿਤਾਬ ਦੀ ਖੋਜ ਕਰਕੇ ਫਵਾਇਦੁਲ ਫਵਾਦ, ਇਸ ਕਿਤਾਬ ਦੇ ਵਿੱਚੋਂ ਕੀਮਤੀ ਪੱਖ ਮਾਣਕ ਮੋਤੀ ਕੱਢ ਕੇ ਸਿੱਖਾਂ ਦੇ ਸਾਹਮਣੇ ਰੱਖਣ ਲਈ ਬਾਬਾ ਫਰੀਦ ਜੀ ਦਾ ਜੀਵਨ ਇਹਨਾਂ ਨੇ ਬਹੁਤ ਮਿਹਨਤ ਕਰਕੇ ਤੇ ਉਹਨੂੰ ਪੰਜਾਬੀ ਦਾ ਉਤਾਰਾ ਕੀਤਾ ਤੇ ਉਸ ਕਿਤਾਬ ਦਾ ਨਾਮ ਫਵਾਇਦੁਲ ਫਵਾਦ ਦੇ ਉੱਤੇ ਹੀ ਰੱਖਿਆ। ਫਵਾਇਦੁਲ ਫਵਾਦ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ? ਫਵਾਇਦੁਲ ਫਵਾਦ ਦਾ ਮਤਲਬ ਹੈ ਦਿਲਾਂ ਲਈ ਰਾਹਤ। ਕਿ ਬਾਬਾ ਸ਼ੇਖ ਫਰੀਦ ਐਸਾ ਫਕੀਰ ਹੈ, ਐਸੇ ਸੂਫੀ ਸੰਤ ਨੇ ਜਿਨ੍ਹਾਂ ਦਾ ਜੀਵਨ ਇੱਕ ਪਾਸੇ, ਬਾਣੀ ਇੱਕ ਪਾਸੇ, ਜਿਨ੍ਹਾਂ ਦਾ ਨਾਮ ਲਿਆ ਹੀ ਤੁਹਾਡੇ ਜੀਵਨ ਵਿੱਚ, ਤੁਹਾਡੇ ਦਿਲਾਂ ਵਿੱਚ ਰਾਹਤ ਆਏਗੀ। ਜਿਹਦਾ ਨਾਮ ਲਿਆ ਤੁਹਾਡੇ ਦਿਲ ਵਿੱਚ ਸਕੂਨ ਆਏਗਾ। ਸੋ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਉਸ ਕਿਤਾਬ ਦਾ ਨਾਮ ਹੀ ਦਿਲਾਂ ਲਈ ਰਾਹਤ ਲਿਖਿਆ। ਇਸ ਤੋਂ ਅਲੱਗਾ ਹੋਰ ਬੜੀਆਂ ਸਾਰੀ ਕਿਤਾਬਾਂ ਬਾਬਾ ਫਰੀਦ 'ਤੇ ਮਿਲਦੀਆਂ ਨੇ। ਡਾਕਟਰ ਸਰਬਜਿੰਦਰ ਸਿੰਘ ਜੀ ਨੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਵਿੱਚ ਜਿਹੜੇ ਪਹਿਲਾਂ ਸਨ, ਭਗਤਾਂ 'ਤੇ ਕੰਮ ਕੀਤਾ। ਪਰ ਹਾਂ, ਇੱਕ ਕਿਤਾਬ ਅਸੀਂ ਬਾਬਾ ਫਰੀਦ ਦੀ ਕਥਾ ਕਰਨ ਲੱਗਿਆਂ ਆਪਣੀ ਅੱਖੋਂ ਓਲੇ ਨਹੀਂ ਕਰ ਸਕਦੇ। ਉਹ ਕਿਤਾਬ ਹੈ ਗੁਰਪੁਰਵਾਸੀ ਡਾਕਟਰ ਗੁਲਜ਼ਾਰ ਸਿੰਘ ਕੰਗ ਹੋਰਾਂ ਦੀ। ਇਹ ਵੀ ਸਾਡੀ ਯੂਨੀਵਰਸਿਟੀ ਸਟੱਡੀਜ਼ ਔਨ ਸੈਂਟਰ ਔਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਚੇਅਰਮੈਨ ਰਹੇ ਨੇ। ਪਰ ਰੱਬ ਦੀ ਕਰਨੀ, ਇਹ ਸੰਤ ਰੂਹ ਸੀ, ਬੜੀ ਬੰਦਗੀ ਵਾਲੀ ਤੇ ਬੜੇ ਕਮਾਲ ਦੇ ਕਾਰਜ ਕੀਤੇ ਨੇ। ਇੱਕ ਕਿਤਾਬ ਜਿਹੜੀ ਡਾਕਟਰ ਗੁਲਜ਼ਾਰ ਸਿੰਘ ਕੰਗ ਦੀ ਹੈ ਨਾ, ਸ਼ਬਦ, ਉਹ ਕਿਤਾਬ ਹਰ ਇੱਕ ਘਰ ਵਿੱਚ ਹੋਣੀ ਚਾਹੀਦੀ। ਉਹ ਕਿਤਾਬ ਹਰ ਇੱਕ ਸਿੱਖ ਨੂੰ ਪੜ੍ਹਨੀ ਚਾਹੀਦੀ। ਸ਼ਬਦ ਕੀ ਹੈ? ਸਾਰੇ ਧਰਮਾਂ ਦਾ ਪਰਪੇਖ ਉਹਦੇ ਵਿੱਚ ਨਿਚੋੜ ਪਾਇਆ ਤੇ ਗੁਰਬਾਣੀ ਦਾ ਸ਼ਬਦ ਵੀ ਪਾਇਆ। ਕੀ ਹੈ? ਖੈਰ, ਡਾਕਟਰ ਗੁਲਜ਼ਾਰ ਸਿੰਘ ਕੰਗ ਦੀ ਕਿਤਾਬ ਹੈ ਸੂਫੀ ਮਤ ਤੇ ਸਿਲਸਿਲੇ। ਉਹ ਕਿਤਾਬ ਵੀ ਦਾਸ ਨੇ ਤਕਰੀਬਨ 7-8-10 ਸਾਲ ਪਹਿਲਾਂ ਪੜ੍ਹੀ ਸੀ। ਉਹ ਵੀ ਬਾਬਾ ਸ਼ੇਖ ਫਰੀਦ ਜੀ ਦਾ ਜ਼ਿਕਰ ਕਰਦੇ ਨੇ, ਬਹੁਤ ਸੋਹਣਾ। ਸੋ ਇਹ ਜਿਹੜਾ ਸਾਡਾ ਐਕੈਡਮਿਕਸ ਹੈਗਾ ਬਾਬਾ ਫਰੀਦ ਜੀ ਦੇ ਬਾਰੇ, ਐਕੈਡਮਿਕਲ ਐਸਪੈਕਟ ਹੈ, ਡਾਇਮੈਂਸ਼ਨਸ ਆਫ ਐਕੈਡਮਿਕਸ ਹੈਗੀਆਂ, ਇਹ ਤੁਹਾਡੇ ਨਾਲ ਕੱਲ੍ਹ ਨੂੰ ਸਾਂਝਾ ਕਰਾਂਗੇ। ਅੱਜ ਸਿਰਫ ਇਹਨਾਂ ਬਚਨਾਂ ਦੀ ਰੂਹਾਨੀਅਤ ਵੇਖਾਂਗੇ। ਸਿਰਫ ਮੈਂ ਇਸ ਲਈ ਜ਼ਿਕਰ ਕੀਤਾ ਕਿ ਜਿਸ ਸੋਰਸ ਨੂੰ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ, ਉਹਦੀ ਕਥਾ 1-2 ਸਾਲ ਪਹਿਲਾਂ ਮੈਂ ਬੰਗਲਾ ਸਾਹਿਬ ਦੀ ਸਟੇਜ ਤੋਂ ਵੀ ਕੀਤੀ ਸੀ, ਜਦ ਬਾਬਾ ਸ਼ੇਖ ਫਰੀਦ ਜੀ ਦੇ ਸਲੋਕ ਚੱਲ ਰਹੇ ਸਨ। ਅਤੇ ਬਹੁਤ ਵਿਸਥਾਰ ਅਤੇ ਬੜੀਆਂ ਸੰਗਤਾਂ ਨੇ ਪਿਆਰ ਵੀ ਦਿੱਤਾ ਸੀ ਕਿ ਇਹ ਗੱਲਾਂ ਅਸੀਂ ਨਹੀਂ ਸੁਣੀਆਂ, ਪਰ ਮੈਂ ਨਾਲ ਰੈਫਰੈਂਸ ਦਿੱਤੀ ਸੀ ਕਿ ਕੋਈ ਪੁੱਛੇ ਤੇ ਕੱਚ ਘੜਾ 'ਚ ਗੱਲ ਨਹੀਂ ਹੈ। ਪ੍ਰੋਫੈਸਰ ਪ੍ਰੀਤਮ ਸਿੰਘ ਦੀ ਖੋਜ ਹੈ ਕਿਤਾਬ ਦਿਲਾਂ ਲਈ ਰਾਹਤ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਬਲੀਕੇਸ਼ਨ ਤੋਂ ਹੀ ਛਪੀ ਹੋਈ ਹੈ। ਉਹ ਤੁਹਾਨੂੰ ਔਨਲਾਈਨ ਵੀ ਮਿਲ ਸਕਦੀ ਹੈ, ਤੁਸੀਂ ਪੜ੍ਹ ਸਕਦੇ ਹੋ, ਪਰ ਹਰ ਇੱਕ ਦੇ ਪੜ੍ਹਨ ਦੇ ਵੱਸ ਨਹੀਂ ਹੈ ਉਹ ਕਿਤਾਬ। ਮਹਾਰਾਜ ਜੀ ਮਿਹਰ ਕਰਨ ਤੇ ਸਾਨੂੰ ਸ਼ੌਂਕ ਪੈਦਾ ਹੋਏ। ਉਸ ਕਿਤਾਬ ਦੇ ਵਿੱਚ ਇਹ ਜ਼ਿਕਰ ਕੀਤਾ ਕਿ ਬਾਬਾ ਫਰੀਦ ਜੀ ਸਮੇਂ ਦੇ ਵਕਤੀ ਤੌਰ ਦਾ ਜਿਹੜਾ ਉਸ ਪਾਕ ਪਟਨ ਦਾ ਬਹੁਤ ਵੱਡਾ ਰਾਜ ਘਰਾਣੇ ਦਾ ਬੰਦਾ ਸੀ, ਉਹਦੀ ਧੀ ਨਾਲ ਬਾਬਾ ਫਰੀਦ ਦਾ ਵਿਆਹ ਹੋਇਆ ਸੀ। ਤੁਹਾਨੂੰ ਪਤਾ ਹੋਣਾ ਚਾਹੀਦਾ। ਬਾਬਾ ਫਰੀਦ ਦਾ ਵਿਆਹ ਬੜਾ ਸ਼ਾਹੀ ਖਾਨਦਾਨ ਦੀ ਔਰਤ ਨਾਲ ਹੋਇਆ ਸੀ, ਪਰ ਬਾਬਾ ਫਰੀਦ ਨੇ ਕਦੀ ਪੈਸਿਆਂ ਦੀ ਪਰਵਾਹ ਨਹੀਂ ਕੀਤੀ ਤੇ ਨਾ ਧਨ ਦੌਲਤ ਦੀ ਪਰਵਾਹ ਕੀਤੀ। ਇੱਕ ਦਿਨ ਕੋਈ ਬਾਬਾ ਫਰੀਦ ਕੋਲ ਸਿਫਾਰਿਸ਼ ਲੈ ਕੇ ਆਇਆ, ਤੇਰਾ ਸਹੁਰਾ ਬੜਾ ਵੱਡਾ ਹੈ, ਜੇ ਤੂੰ ਆਪਣੇ ਸਹੁਰੇ ਨੂੰ ਕਹਿ ਦੀ ਤੇ ਮੇਰਾ ਕੰਮ ਹੋ ਜਾਏਗਾ। ਬਾਬਾ ਫਰੀਦ ਨੇ ਕਿਹਾ, ਮੈਂ ਤੇ ਮੇਰਾ ਇੱਕੋ ਹੀ ਸਹੁਰਾ ਹੈ ਵੱਡਾ, ਮੈਂ ਉਹਨੂੰ ਕਹਿ ਸਕਦਾ, ਹੋਰ ਮੇਰਾ ਕੋਈ ਜਹਾਨ 'ਚ ਕੋਈ ਵੱਡਾ ਨਹੀਂ ਹੈ ਮੇਰੇ ਲਈ। ਉਹਨੇ ਕਿਹਾ, ਬਾਬਾ ਮੈਂ ਤੇਰੇ ਕੋਲ ਚੱਲ ਕੇ ਆਇਆ, ਤੂੰ ਤੇ ਹੁਣ ਕੋਈ ਤਰਸ ਕਰ ਮੇਰੇ 'ਤੇ, ਤੁਹਾਨੂੰ ਕਹਿਣਾ ਹੀ ਪਏਗਾ। ਫਿਰ ਸ਼ੇਖ ਫਰੀਦ ਨੇ ਕਿਹਾ,
कि लिया कागज़ ते कलम लिया तो मैं लिख देना। बाबा फरीद ने पता की लिखिया, ये बंदा मेरे कोल आया सी, ये मैं तुहाडे कोल भेज रहा, जे खुदा ने चाहया तो तुहाडे पासों इहदा काम करा लैणगे। हा हा हा, कमाल की गल है। फिर सुनो, ये बाबा फिर ये फवायदुल फवाद किताब का एक चैप्टर है। बाबा शेख फरीद जी दे कोल जब दुनिया के लोग मिलन वास्ते आउंदे सी, बाबा फरीद ने लिखिया कि मैं इनू तुहाडे कोल भेज रहा, पर जे खुदा ने चाहया तो तुहाडे कोलों इहदा काम करा लैणगे, नहीं तो कोई नहीं। ये है एक पार ब्रह्म परमेश्वर ते विश्वास। 4 शब्द ही बाबा फरीद दे बाणी विच ने, 4 ही शब्द ने सिर्फ, ते बाकी सारे सलोक ने। 4 शब्दों विचों पहला शब्द काली कोयल तू कित गुण काली जासी, ये पढ़ते हैं तप तप लो। वैसे पहला शब्द है दिलो मोहब्बत जिन सही सचिया, जिन मन होर मुख होर से कांडे कचिया। दूजा शब्द बोला शेख फरीद प्यारे अल्लाह लगे, ये तनहूसी खाक निमाणी गौर करे। तीजा शब्द काली कोयल तू कित गुण काली, अपने प्रीतम के हाँ बिरहों जाली। ते चौथा ते आखिरी शब्द है बेड़ा बंद ना सकियो बंधन की बेला, पर सरवर जब उछलै तब तरुण दहिला। ये 4 ही शब्द ने, ठेठ पंजाबी विच ने, पर ऐसा अर्क है ना इन्हां शब्दों विच, जे कोई इन्हां 4 शब्दों का सिमरन कर ले, सिमरन कला पढ़ना नहीं, सिमरन कर ले, इन्हां 4 शब्दों नूं अपने जीवन का हिस्सा बना ले, बड़ी कमाल की बरकत है वो जीवन के। फवायदुल फवाद की किताब लिखती है कि बाबा फरीद जी जब फौत हुई ना, जब इस पानी संसार नूं उन्होंने अलविदा आख्या, ये बाबा फरीद कोल कबर बनाउण दे भी पैसे नहीं सन। आ सच्चाई है, उस किताब दे विच लिखिया। प्रोफैसर प्रीतम सिंह ने लिखिया कि फवायदुल फवाद हज़रत निज़ामुद्दीन कहंदा है कि बाबा शेख फरीद कोल कबर दे पैसे नहीं से निकले उन्हां दे घरों, पर खबरदार कोई उन्हां दा मुरीद किसी तो पैसे मांग के इट लगा दे उन्हां दी कबर ते, कोई नहीं लगाएगा। जिउंदे जी जिन्हें एक पिंच ऑफ सैंड, एक मिट्टी का किणका भी किसी तो नहीं लिया, उहदी कबर ते इट किसी दी किवें लग सकदी है। बाबा फरीद दे घर दी चुबारे दियां जिहड़ी कंध दे उत्ते इट्टां लगियां सी, उन्हां इट्टां नूं पट के बाबा फरीद दी कबर बनाई गई है। ये सच्चाई है। वैसे दिल्ली विच बाबा शेख फरीद लोधी गार्डन तुसी जाओ ना, लोधी अपना नगर है जिथे लोधी रोड है, इत्थे कब्रिस्तान है, शाही कब्रिस्तान है। इत्थे बाबा शेख फरीद जी दे सके भरा ते सकी भैन दी कबर है। अज भी जिहड़ा प्रेम करते ने ना शेख फरीद नूं, जिहड़े मुसलमान ने, वो प्यार नाल ये सानू मैनू मिले एक हमदर्द वाले बड़े वड्डे दिल्ली दे विच, उन्हां दा पूरे विश्व च कारोबार है हमदर्द दा। कुछ समय पहला इत्थे टर्किश अंबैसी दे विच, तुर्कमेनिस्तान की अंबैसी च उन्हां नाल मेरी मीटिंग सी। उन्होंने एक ही गल क्या, कहते आपके बाबा फरीद के बहन और भाई यहाँ दिल्ली में ही सोए पड़े हैं। एवं क्या उन्होंने, कहते हम आपको कभी लेके चलेंगे। शक्करगंज के बहन भाई यहीं हैं दिल्ली में, हम उनको बहुत मानते हैं। बाबा फरीद बहुत वड्डी रहमत है इस दुनिया उत्ते। असी समझ नहीं सके गुरु नानक साहब की रमस कि गुरु नानक साहब क्यों बाबा फरीद नूं लैके आए ने, साडे कोल सद के ले आए ने सगों कि बाबा फरीद तुसी भी आओ, इत्थे हिस्सा पाओ, ताकि पता लगे इन्नी निमरता, इन्नी गरीबी, रोटी मेरी काठ की लावण मेरी भूख, ये साडे सिखां दे विच भी इस गल दा जिक्र आ जाए। जिन्हां खादियां चोपड़ियां घड़े सहणगे दुख, रुखी सुखी खाए कै ठंडा पानी पीओ, फरीदा देख पराई चोपड़ी। इस करके गुरु नानक साहब लैके आए ने बाबा फरीद नूं कि पता लग जाए कि जिहदे कोल जिहदियां कबर दे उत्ते इट्टां जोगे भी पैसे नहीं सन, अज दुनिया दे लोग ओदे दर ते सिर रगड़ते हैं। गुरु ग्रंथ साहब जी दे सन्मुख बाबा फरीद नूं सिजदे करते हैं कि दुनिया की दौलत नहीं, जिन्हां घर जिन्हां मणियां दा असी मान करदे हां, फरीदा कोठे मंडप माड़ियां एत ना लाए चित, जिन्हां दा जिक्र साडे चित विच है,
ਤੇ ਕੁਚੱਜੀ ਬਾਣੀ ਵਿੱਚ ਮਹਾਰਾਜ ਜੀ ਨੇ ਫਿੱਟ ਲਾਨਤ ਪਾਈ ਹੈ ਸਾਡੇ ਤੇ ਕਿ ਘਰ ਦੀ ਹਰ ਚੀਜ਼ ਤੈਨੂੰ ਚੇਤੇ ਹੈ, ਹਰ ਕੋਨਾ ਚੇਤੇ ਹੈ, ਪਰ ਇਹ ਨਹੀਂ ਚੇਤੇ ਕਿ ਤੇਰਾ ਅਸਲ ਘਰ ਕਿਹੜਾ ਹੈ। ਇਹਨੂੰ ਮਹਾਰਾਜ ਕਹਿੰਦੇ ਨਾ, ਮਰਨਾ ਮੁੱਲਾ ਮਰਨਾ ਭੀ ਕਰਤਾਰੋਂ ਡਰਨਾ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਪੜੋ ਜੀ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਤੇ ਸੱਚ ਇਹ ਹੈ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਉਹ ਸਦਾ ਸਭ ਦੇ ਘਰ ਆ ਰਿਹਾ ਤੇ ਤੈਨੂੰ ਵੀ ਆਏਗਾ। ਇਹ ਘਰ ਛੱਡ ਕੇ ਜਿਨ੍ਹਾਂ ਘਰਾਂ ਤੇ ਤੂੰ ਮਾਣ ਕਰਦਾ, ਇਹ ਛੱਡ ਕੇ ਜਾਣਾ ਪੈਣਾ। ਫਵਾਇਦੁਲ ਫਵਾਦ ਦੇ ਵਿੱਚ ਬਹੁਤ ਮੁਸ਼ਕਿਲ ਹੈ ਬਾਬਾ ਫਰੀਦ ਦੀ ਕਥਾ ਸੁਣਨੀ, ਬਹੁਤ ਮੁਸ਼ਕਿਲ ਹੈ। ਸਭ ਤੋਂ ਕਠਿਨ ਹੈ ਬਾਬਾ ਫਰੀਦ ਨੂੰ ਸੁਣਨਾ। ਕਿਉਂ? ਬਾਬਾ ਫਰੀਦ ਮਰਨ ਦੀ ਗੱਲ ਕਰਦੇ ਆ ਸਭ ਤੋਂ ਪਹਿਲੇ। ਇੱਕ ਦਿਨ ਬਾਬਾ ਫਰੀਦ ਨੂੰ ਪੁੱਛਿਆ, ਬਾਬਾ ਫਰੀਦ ਕਿਹੜੇ ਪਾਸੇ ਤੁਰੇ ਹੋ? ਇੱਥੇ ਤੇ ਉਜਾੜ ਹੈ, ਕਿੱਥੇ ਤੁਹਾਡਾ ਘਰ ਗਰਾਂ ਕਿੱਥੇ ਹੈ? ਬਾਬਾ ਫਰੀਦ ਨੇ ਕਿਹਾ ਕਿੱਥੇ ਉਜਾੜ ਹੈ? ਕਹਿੰਦੇ ਉਹ ਅੱਗੇ ਜਾ ਰਹੇ ਹਾਂ ਜਿੱਥੇ ਘਰ ਹੈ। ਕਹਿੰਦੇ ਉੱਥੇ ਕਿਸੇ ਦਾ ਘਰ ਨਹੀਂ ਬਾਬਾ ਫਰੀਦ, ਹੋਸ਼ ਵਿੱਚ ਆ, ਉੱਥੇ ਕਬਰਸਤਾਨ ਹੈ। ਵਸੋਂ ਪਿੱਛੇ ਹੈ, ਕਿੱਧਰ ਨੂੰ ਮੂੰਹ ਚੱਕਿਆ? ਅੱਗੇ ਹੁਣ ਅੱਗੇ ਤੇ ਕਬਰਸਤਾਨ ਹੈ, ਕਿੱਧਰ ਤੁਰੇ ਹੈ? ਬਾਬਾ ਫਰੀਦ ਕਹਿੰਦੇ ਬੰਦਿਆ ਤੈਨੂੰ ਨਹੀਂ ਪਤਾ, ਜਿਹਨੂੰ ਤੂੰ ਵਸੋਂ ਮੰਨੀ ਬੈਠਾ ਉਹ ਉਜਾੜ ਹੈ, ਤੇ ਜਿਹਨੂੰ ਤੂੰ ਉਜਾੜ ਕਹਿੰਦਾ ਅਸਲ ਵਸੋਂ ਹੀ ਉਹ ਹੈ। ਕਹਿੰਦਾ ਸਮਝ ਨਹੀਂ ਆਈ। ਕਹਿੰਦੇ ਜਿਸ ਵਸੋਂ ਨੂੰ ਤੂੰ ਵਸੋਂ ਕਹਿੰਦਾ ਇੱਥੇ ਕੋਈ ਨਹੀਂ ਵਸਿਆ, ਤੇ ਜਿਹਨੂੰ ਤੂੰ ਉਜਾੜ ਕਹਿੰਦਾ ਉੱਥੇ ਜਾ ਕੇ ਕਦੀ ਕੋਈ ਉੱਥੋਂ ਨਹੀਂ ਗਿਆ, ਕੋਈ ਵਾਪਸ ਨਹੀਂ ਆਇਆ, ਉੱਥੇ ਹੀ ਰਹਿ ਗਿਆ। ਇਸ ਗੱਲ ਨੂੰ ਬਾਬਾ ਫਰੀਦ ਨੇ ਬੜਾ ਸੋਹਣਾ ਬਿਆਨ ਕੀਤਾ ਕਿ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚੇਤ ਕੁਚੱਜੀ। ਮਹੱਲਾ ਪਹਿਲਾ। ਮੰਝ ਕੁਚੱਜੀ ਅਮਾਵਣ ਡੋਸੜੇ ਹਾਂ ਕਿਉਂ ਸ਼ਹਰਾਵਣ ਜਾਉ ਜਿਉ। ਇੱਕ ਦੂ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜਿਉ। ਜਿਨੀ ਸਖੀ ਸ਼ਹੁਰਾਵਿਆ ਸੇ ਅੰਬੀ ਛਾਵੜੀਏ ਜਿਉ। ਸੇ ਗੁਣ ਮੰਝ ਨਾ ਆਵਣੀ ਹਾਂ ਕੈ ਜੀ ਦੋਸ ਧਰੇ ਜਿਉ। ਉੱਥੇ ਅੱਗੇ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜਿਉ, ਜਿਨ੍ਹਾਂ ਨਾਲ ਸਾਡਾ ਮਨ ਲੱਗਿਆ ਹੋਇਆ। ਸੋਇਨਾ ਰੂਪਾ ਕਹਿੰਦੇ ਚਾਂਦੀ ਨੂੰ, ਰੰਗੁਲਾ ਕਹਿੰਦੇ ਆ ਇਹ ਸਾਰਾ ਦਿਖਦਾ ਪਸਾਰਾ, ਇਹ ਸਾਰੇ ਬਸਤਰ ਕੱਪੜੇ, ਇਹ ਸ਼ਿੰਗਾਰ ਹਾਰ ਜਿਹਦੇ ਵਿੱਚ ਸਾਡਾ ਮਨ ਰੁਝਿਆ ਹੋਇਆ, ਜਿਹੜਾ ਸਾਨੂੰ ਰੱਬ ਦੀ ਬੰਦਗੀ ਤੋਂ ਰੋਕਦਾ, ਭਟਕਾਉਂਦਾ। ਸੋਇਨਾ ਰੰਗੁਲਾ, ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜਿਉ। ਸੇ ਵਸਤੂ ਸ਼ਹਿ ਦਿੱਤੀਆਂ ਮੈਂ ਇਨ ਸਿਓ ਲਾਇਆ ਚਿੱਤ ਜਿਉ। ਮੇਰਾ ਚਿੱਤ ਇਹਦਾ ਵਿੱਚ ਹੈ। ਅੱਗੇ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ। ਮਹਾਰਾਜ ਕਹਿੰਦੇ ਤੇਰਾ ਮਨ ਮੈਂ ਦੇਖ ਲਿਆ, ਪੱਥਰਾਂ ਦੇ ਵਿੱਚ ਹੈ, ਘਰ ਵਿੱਚ ਜਿਹੜੇ ਲੱਗੇ ਹੋਏ ਨੇ, ਇਮਾਰਤਾਂ ਦੇ ਵਿੱਚ ਹੈ ਜਿਹੜੀਆਂ ਤੂੰ ਘਰਾਂ ਦੀਆਂ ਬਣਾਈਆਂ ਉੱਚੀਆਂ ਉੱਚੀਆਂ। ਮੰਦਰ ਮਿੱਟੀ ਸੰਦੜੇ, ਮਹਾਰਾਜ ਕਹਿੰਦੇ ਇੱਟਾਂ ਤੇ ਪੱਥਰ ਮੈਂ ਦੇਖ ਰਿਹਾ ਤੇਰੇ ਮਨ ਵਿੱਚ ਹੈਗੇ। ਪੱਥਰ ਕੀਤੇ ਰਾਸ ਜਿਉ। ਇੰਨੀ ਭੁੱਲੀ, ਇਹ ਬੜਾ ਕਮਾਲ ਦਾ ਬਚਨ ਹੈ। ਇੰਨੀ ਟੋਲੀ ਹਉ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਲਿਓ। ਜਿਸ ਕੰਤ ਨੇ ਤੈਨੂੰ ਸੋਹਣੇ ਘਰ ਦਿੱਤੇ ਸਨ, ਉਹ ਕੰਤ ਤੇ ਤੈਨੂੰ ਭੁੱਲ ਗਿਆ। ਅਰਦਾਸਾਂ ਕੀਤੀਆਂ ਮਹਾਰਾਜ ਚੰਗਾ ਘਰ ਦੀ, ਫਿਰ ਮੈਂ ਨੇਮ ਨਿਭਾਵਾਂਗਾ। ਕੱਖਾਂ ਦੀ ਕੁਲੀ ਵਿੱਚ ਬੈਠ ਕੇ ਨੇਮ ਨਿਭਾਏ, ਚੰਗਾ ਘਰ ਮਿਲ ਗਿਆ ਤੇ ਫਿਰ ਨੇਮ ਪ੍ਰੇਮ ਸਭ ਖਤਮ ਹੋ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਦਿਨ ਤੇ ਚੰਗੇ ਸੀ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਜਿਸ ਦਿਨ ਮਹਾਰਾਜ ਕਹਿੰਦੇ ਪੱਥਰਾਂ ਦੀਆਂ ਇਮਾਰਤਾਂ ਬਣ ਗਈਆਂ, ਦਿਲ ਵੀ ਸੰਗ ਦਿਲ ਹੋ ਗਏ, ਬੰਦਾ ਵੀ ਪੱਥਰ ਦਿਲ ਹੋ ਗਿਆ। ਕਿ ਇੰਨੀ ਭੁੱਲੀ, ਇੰਨੀ ਟੋਲੀ ਭੁੱਲੀ। ਇਸ ਟੋਲੀ ਦਾ ਮਤਲਬ ਇਹ ਸਾਰਾ ਬਣਾਇਆ ਜਿਹੜਾ, ਇਹਦੇ ਸਦਕੇ ਮੈਂ ਰੱਬ ਹੀ ਭੁੱਲ ਗਿਆ। ਇੱਕ ਵਾਰੀ ਨਹੀਂ, ਬਾਣੀ ਵਿੱਚ ਕਈ ਥਾਵਾਂ ਤੇ ਸਤਿਗੁਰੂ ਜੀ ਨੇ ਇਹਦਾ ਜ਼ਿਕਰ ਕੀਤਾ। ਸ੍ਰੀ ਰਾਗ ਮਹੱਲਾ ਪਹਿਲਾ। ਲਬ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋੜ ਚੰਡਾਲ ਰਸਕਸ ਆਪ ਸਲਾਉਣੇ ਇਹ ਕਰਮ ਮੇਰੇ ਕਰਤਾਰ ਬਾਬਾ ਬੋਲਿਆ ਪਤ ਹੋਏ। ਇਹ ਸ਼ਬਦ ਦੇ ਵਿੱਚ ਜ਼ਿਕਰ ਕੀਤਾ। ਸਤਿਗੁਰੂ ਜੀ ਕਹਿੰਦੇ ਹੈ ਕਿ ਤੈਨੂੰ ਕਿੰਨਾ ਕੁਛ ਮਿਲਿਆ, ਤੈਨੂੰ ਸਭ ਕੁਛ ਦਿੱਤਾ, ਪਰ ਤੂੰ ਇਹਨਾਂ ਸਭ ਕੁਛ ਵਿੱਚ ਚਿੱਤ ਲਾ ਕੇ ਵਾਹਿਗੁਰੂ ਨੂੰ ਭੁੱਲ ਗਿਆ। ਇਹੀ ਕੁਚੱਜ ਕਿਆ ਹੀ ਇਹਨੂੰ ਹੈ ਕਿ ਜਿੱਥੇ ਵਾਹਿਗੁਰੂ ਭੁੱਲ ਜਾਏ ਤੇ ਪਦਾਰਥ ਅੱਗੇ ਆ ਜਾਣ। ਜਿਹਨੂੰ ਬਾਣੀ ਕਹਿੰਦੀ ਦਾਤ ਪਿਆਰੀ ਵਿਸਰਿਆ ਦਾਤਾ। ਉਹ ਭਲਿਆ ਤੂੰ ਉਹ ਦਿਨ ਕਿਵੇਂ ਭੁੱਲ ਗਿਆ
क्योंकि इस्लाम जगत दे ने बाबा फरीद ते कब्रस्तान ते उहदी दफन की गल करनगे। कहते वो दिन चेते कर जद मन मन भर के तसलियां ते मिट्टी तेरे उत्ते सुट्टी जाएगी। वो दिन किवें भुल गया? तेनू महाराज कहते 100 दिन आवन लागा। वैसे गुरु नानक साहब ने इसका जिक्र किया है। तिलंग महला पहला, यक अर्ज गुफ्तम पेश तो दरगोश कुन करतार हका कबीर करीम तू बे ऐब परवतगार। दुनिया मुकामे फानी, दुनिया का अंत जिहड़ा है ना फना होना है, कब्रस्तान ही है। साडा अंत शमशान ही है। लेट मी से दिस, आई एम सॉरी टू से। इस करके बाबा फरीद के बचनों को पढ़ना विचारना सब तो मुश्किल है। तहकीक दिलदानी, अपने दिल विच सच नूं चेते रख। सच की है? ममसर मुए अजराइल गिरफ्त हैं, दिल हेचना दानी। वाला ने फड़िया होया, वालों तो फड़िया होया, मौत के फरिश्ते ने कभी भी खिंच लेगा, सलाह नहीं करनी उन्हें। ममसर मुए अजराइल गिरफ्त हैं, दिल हेचना दानी। जन पिसर पदर बिरादरा खसनेस दस्तंगीर। ना पिता ना भरा ना भैन ना कोई भी इस धरती ते जद मौत आएगी ना इत्थे कोई बाह नहीं फड़ेगा। दस्तंगीर, दस्त ते गीर का मतलब पढ़न वाला कोई नहीं है। आखिर बेअफ्तम कस ना दारद, ये तुक याद रखियो जो बाबा फरीद कहते हैं। मिट्टी पई अतोलवी कोई ना होसी मित। जद मूँह उत्ते मिट्टी भर भर लद के पाउणगे ना कब्रिस्तान ते, फिर कोई मित्र नहीं होएगा। गुरु नानक साहब ने कहा आखिर, आखिर का मतलब अंत वेले। बेअफ्तम कस ना दारद चूं शब्द तकबीर। तकबीर का मतलब है नमाज। जद मुसलमान मरदा है, गुरु नानक साहब कहते हैं उहदी अंतम नमाज पढ़ी जाती है, जिवें असीं कहंदे सोहला पढ़िया गया। इस तरह इस्लाम जगत दे विच तकबीर नमाज है, जिहड़ी अंत वेले पढ़ी जाती है। वो तां पढ़ी जा रही होंदी है जिस वेले मुर्दे उत्ते मिट्टी सुट्टी जा रही होगी। गुरु नानक साहब कहते जब तकबीर की नमाज पढ़ी जाएगी, इसका मतलब जब तेरे उत्ते भर भर के मिट्टी पई अतोलवी तेरी कब्र उत्ते मिट्टी सुट्टी जाएगी ना, आखिर भी अफ्तम कस ना दारद, फिर कोई तेरी बाँह फड़ के नहीं कहेगा चल उठ आ चली, कि तेरी जगह मैं पै जाना, कि मैं अपने उत्ते मिट्टी पवा लेना तो तू जिंदा हो जा। आखिर भी अफ्तम कस ना दारद चूं शब्द तकबीर। तू इस गल नूं अपने मन में चेते रख। शब रोज़ गश्तम दर हवा कर देम बदी ख्याल। कहंदे तू सारी दिन ते रात रब नूं चेते नहीं कीता, शब्द रात ते दिन लंघ गई, बदी बदी पाप ही सोचिया। महाराज कहंदे ये हाल है कि तू जे रब नूं चेते नहीं करेगा फिर तेरे लिए मौत बड़ी औखी होएगी, डरावनी होएगी। जे तू प्रभु नूं चेते करेगा इन्हां मंदिर मिटिया। ताइयों गुरु नानक साहब ने कहा सी जिथे वाहिगुरू भुलिया उत्थे सब कूड़ है। कूड़ राजा, कूड़ प्रजा, कूड़ सब संसार, कूड़ मंडप, कूड़ माड़ी, कूड़ बैसणहार, कूड़ सोयना, कूड़ रूपा, कूड़ पैनणहार, कूड़ काया, कूड़ कपड़, कूड़ रूप अपार, कूड़ कूड़ा नेहो लगा। पढ़ो जी विसरिया जद करतार विसर जाए ना, फरीदा कोठे मंडप माड़ियाँ एत ना लाए चित, फिर सब कूड़ा है। मिट्टी पई अतोलवी। हाँ सच ये है। बाबा फरीद कहते हैं जिन्हां वास्ते तू जीवन बतीत किया ना, वैसे गुरु तेग बहादुर साहब ने यह चेते कराया। तन धन संपै सुख दियो अर जे नीके धाम। जिस वाहिगुरू ने तेनू घर दिते सन, सुख दिते सन, वाहिगुरू कित्थे गया? हुण ते सुख ही सुख दिसदे ने, हुण ते घर ही घर दिसदा है। ते महाराज कहंदे वाहिगुरू कित्थे गया? धन धन संपै सुख दियो अर जे नीकै धाम, कहो नानक सुन रे मना सिमरत काहे ना राम। कित्थे भुल गया है? जिस तो मंगिया सी उन्हों भुल गया। एक शब्द गुरु तेग बहादुर साहब का होर है, बहु परपंच कर। पढ़ो जी, बहु परपंच कर पर धन लियावै, सुत दारा पह आन लुटावै। ते जिन्हां उत्ते तू लुटाया मन मेरे भूले कपट ना कीजै, अंत नबेरा तेरे जी पै लीजै। मिट्टी पई अतोलवी, अंत नबेरा। एक वचन होर लै लिए गुरु तेग बहादुर साहब का। जद गुरु तेग बहादुर साहब कहते कि तू जो करना सी तू कीता नहीं,
ਤੇ ਤੂੰ ਕਿਹੜੇ ਪਾਸੇ ਲੱਗ ਗਿਆ? ਪ੍ਰਾਣੀ ਨੂੰ ਕਦੀ ਪ੍ਰਭੂ ਦਾ ਸਿਮਰਨ ਚੇਤੇ ਨਹੀਂ ਆਉਂਦਾ ਜਿੰਨਾ ਚਿਰ ਤੱਕ ਉਹਨੂੰ ਮੌਤ ਚੇਤੇ ਨਾ ਆਏ। ਜਦ ਮੌਤ ਚੇਤੇ ਆ ਜੇ ਨਾ, ਫਿਰ ਰੱਬ ਚੇਤੇ ਆਉਂਦਾ ਹੈ। ਇੱਕ ਗਾਥਾ ਹੋਰ ਬਾਬਾ ਫਰੀਦ ਦੀ ਲੈ ਲਾ। ਚਲੋ ਸਮਾਂ ਇਜਾਜ਼ਤ ਨਹੀਂ ਦਿੰਦਾ, ਇਹ ਗਾਥਾ ਕੱਲ ਕਰਾਂਗੇ, ਕਿਉਂਕਿ ਬਾਬਾ ਫਰੀਦ ਦਾ ਇੱਕ ਇੱਕ ਸਲੋਕ ਇੱਕ ਇੱਕ ਘੰਟਾ ਮੰਗਦਾ। ਸੱਚ ਇਹ ਹੈ, ਪਰ ਫਿਰ ਵੀ ਅਸੀਂ 5-5 6-6 ਕਰੀਏ, ਮੁਬਾਰਕ ਸਾਨੂੰ, ਸ਼ੁਕਰ ਹੈ। ਤੁਰੇ ਤੇ ਆ ਨਾ ਇਸ ਪਾਸੇ, ਬਾਬਾ ਫਰੀਦ ਨੂੰ ਵੇਖਣ ਤੇ ਤੁਰੇ ਆ। ਕੀ ਹੈ ਬਾਬਾ ਫਰੀਦ ਸ਼ਹਿਰ? ਬਾਬਾ ਫਰੀਦ ਦੀ ਕਥਾ ਕੀਤੀ ਸੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਦਾ ਮੈਨੂੰ ਫੋਨ ਆਇਆ ਸੀ, ਬੰਗਲਾ ਸਾਹਿਬ ਜਦ ਕਥਾ ਕੀਤੀ ਸੀ। ਉਹਨਾਂ ਨੇ ਮੈਨੂੰ ਪ੍ਰੇਮ ਸ਼ਾਬਾਸ਼ੀ ਦਿੱਤੀ ਸੀ ਕਿ ਡਾਕਟਰ ਸਾਹਿਬ, ਅਸਲ ਬਾਬਾ ਫਰੀਦ ਇਹ ਹੈ ਜਿਸ ਤੋਂ ਅਸੀਂ ਦੂਰ ਭੱਜੀ ਫਿਰਦੇ ਹਾਂ। ਅਸਲ ਬਾਬਾ ਫਰੀਦ ਸਾਨੂੰ ਮੌਤ ਹੀ ਚੇਤੇ ਕਰਾਉਂਦਾ, ਹੋਰ ਕੁਛ ਨਹੀਂ ਚੇਤੇ ਕਰਾਉਂਦੇ। ਮਿੱਟੀ ਪਈ ਅਤੋਲਵੀ। ਇੱਕ ਨਬੀ ਕਹਿੰਦਾ, ਜਿਨ੍ਹਾਂ ਵਾਸਤੇ ਤੂੰ ਜੀਵਨ ਸਾਰਾ ਗਰਕ ਕਰਤਾ ਨਾ, ਦਿਨ ਰਾਤ ਲਾਤਾ, ਜਿਨ੍ਹਾਂ ਵਾਸਤੇ ਤੂੰ ਸਭ ਕੁਝ ਕੀਤਾ, ਇੱਕ ਪ੍ਰਭੂ ਦਾ ਸਿਮਰਨ ਭੁੱਲ ਕੇ ਕੱਲ ਕਰਾਂਗਾ, ਕੱਲ ਕਰਾਂਗਾ, ਅੱਜ ਇਹ ਕੰਮ ਹੈ, ਇਹ ਕਰ ਲਾਂ, ਮੈਂ ਇਹ ਕਰ ਲਾਂ, ਜਿਨ੍ਹਾਂ ਵਾਸਤੇ ਤੂੰ ਕੀਤਾ, ਉਹਨਾਂ ਨੇ ਤੈਨੂੰ ਕੀ ਦੇ ਕੇ ਜਾਣਾ? ਮਿੱਟੀ ਪਈ ਅਤੋਲਵੀ। ਇਹ ਹੈ ਇਹਦਾ ਅਰਥ। जिन्हां वास्ते असी सारी उम्र लगाती, मुट्ठियों में खाक लेकर ले चले हमको यारे दफन। सुनियो मिट्टी पई तोलवी, इहदा अर्थ बड़ा महंगा है। नहीं याद है जब सिंह साहब ने सानू बाबा फरीद दे नाल सलोकां दी विचार शुरू कराई सी ना, 6-6 घंटे सानू सिंह साहब एक एक सलोक ही कराउंदे सी। साडे सलोक पूरे ही नहीं होए, कदी उत्थे विचार पूरी नहीं हुई। एक एक सलोक का इन्ना विस्तार है बाबा फरीद का। मुट्ठियों में खाक लेकर ले चले हमको यारे दफन। कहते जिन्हां वास्ते मैं जीवन लाता, उन्होंने मैनू की दिता? मुट्ठियों में खाक लेकर ले चले हमको यारे दफन। बस यही सिला दिया यारों ने जिंदगी की वफा का। जिन्हां वास्ते मैं उम्र लातियां, मेरे मूँह उत्ते एक मिट्टी खाक सुट के सब अपने अपने कम्मां च तुर पे। गुरु तेग बहादुर साहब कहते, साधो रचना राम बनाई, एक बिनसै एक अस्थिर मानै, अचरज लखियो ना जाई। मुट्ठी ते खाक लैके बंदा कहता मैनू की होया, पर यह नहीं पता मिट्टी पई अतोलवी। वारी आपो अपनी, कोई ना बंदा धीर। मिट्टी पई अतोलवी, कोई ना होसी मित। इत्थे कोई मित्र नहीं, कोई मित्र नहीं। आखिर बेअफ्तम कसना दारद चूं शब्द तकबीर, कोई बाम फड़न वाला नहीं। तिलंग महला पंजवा, खाक नूर करदंग आलम दुनियाए, आसमान जिमी दरखत आप पैदाइश खुदाए। बंदे चशम दीदंग फनाए। जो जिदे विच तू चित लाया, गुरु अर्जुन साहब कहते सब खत्म हो जाएगा। बंदे चशम दीदंग फनाए, ये सब खत्म होने वाला है। हैवान गैबान हराम कुश्तनी, ये गुरु अर्जुन साहब साढ़े उत्ते एडा ये दसदे पे, बंदा जाग क्यों नहीं जागदा? गैबान हैवान हराम कुश्तनी, मुरदार बखोर आए। तू कहना जी मैं वैष्णो हाँ, गुरु अर्जुन साहब कहते मैं तेनू दुनिया बंदा बंदे दा लहू पींदे हुए वेख्या, तू कित्थों वैष्णो है? तू हक पराया खांदा पे है। गैबान हैवान, हैवानियत दसी महाराज ने साने अंदर। हराम कुश्तनी, मुरदार बदो ये क्या मुरदार बखोर आए। दिल कब्ज कब्जा कादरो दोजक सजाए। जिस दिल उत्ते खुदा दा वाहिगुरु दे नाम दा कब्जा होना चाहिए सी, उस दिल दे विच कंचन नारी मैं जियो लुबत है। उस दिल दे उत्ते किदा कब्जा है? माया मूँह सगल जग छाया, कामन देख काम लुभाया, सुत कंचन स्यो हेत वधाया, सब किछ अपना एक राम पराया। उहदे उत्ते किदा कब्जा है? पावत रलियां जोबन बलिया, नाम बिना माटी संग रलिया। कान कुंडलिया वस्त्र उडलिया, सेज सुखलिया मन गर बलिया। तलै कुंचरिया सिर कनक छतरिया, हर भगत बिना ले धरन गडलिया। रूप सुंदरिया अनक स्त्रिया, हर रस बिना सब साध फिकरिया। माया छलिया जोबन बलिया,
ਸ਼ਰਨ ਨਾਨਕ ਪ੍ਰਭ ਪੁਰਖ ਦੇ ਅਲੀਆ। ਜਿਹਦਾ ਕਬਜ਼ਾ ਹੋਣਾ ਚਾਹੀਦਾ ਸੀ ਉਹਦਾ ਕਬਜ਼ਾ ਹੀ ਨਹੀਂ ਹੈ। ਤੇ ਜਿਹਨੂੰ ਛੱਡਣਾ, ਜਿਹਨੂੰ ਮਹਾਰਾਜ ਕਹਿੰਦੇ ਨਾ ਖੂਬ 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 ਤੇਰੋ ਨਾਮ, ਉਹਦਾ ਕਬਜ਼ਾ ਨਹੀਂ ਹੈ। ਜਿਹੜਾ ਝੂਠ 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 ਦੁਨੀ ਗੁਮਾਨ, ਉਹ ਚੇਤੇ ਹੈ ਤੈਨੂੰ। ਮਿੱਟੀ ਪਈ ਅਤੁਲ ਵੀ ਕੋਈ ਨਾ ਹੋਸੀ ਮਿੱਤ। ਜਿਨ੍ਹਾਂ ਨੂੰ ਸਭ ਕੁਝ ਕੀਤਾ ਉਹਨਾਂ ਨੇ ਬਸ ਇੱਕ ਮੁੱਠੀ ਖਾਕ ਲੈ ਕੇ ਤੇ ਸਭ ਨੇ ਤੁਰਨਾ, ਕੋਈ ਨਾਲ ਨਹੀਂ। ਇਸ ਗੱਲ ਨੂੰ ਮਹਾਰਾਜ ਜੀ ਨੇ ਬਾਣੀ ਵਿੱਚ ਕਿੰਨਾ ਸੋਹਣਾ ਆਖਿਆ। ਗੁਰੂ ਅਰਜਨ ਸਾਹਿਬ ਕਹਿੰਦੇ ਦਿਲ ਕਬਜ਼ਾ ਕਾਦਰੋ ਦੋਜ਼ਖ ਸਜ਼ਾਏ, ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾਏ। ਇਹ 6 ਚੀਜ਼ਾਂ ਦੱਸੀਆਂ ਨੇ। ਵਲੀ ਨਿਆਮਤ ਸਾਡੇ ਵੱਡੇ ਪਿਤਾ ਬਜ਼ੁਰਗ, ਬਿਰਾਦਰਾਂ ਸਾਡੇ ਭਰਾ, ਦਰਬਾਰ ਸਾਡੇ ਘਰ, ਮਿਲਖ ਸਾਡੀ ਇਹ ਜਿੰਨੀਆਂ ਵੀ ਜ਼ਮੀਨਾਂ ਪਈਆਂ ਹੋਈਆਂ ਨੇ ਜਿਨ੍ਹਾਂ ਉੱਤੇ ਸਾਨੂੰ ਮਾਣ ਹੈ, ਸਾਡੀ ਪ੍ਰਾਪਰਟੀ ਹੈ, ਸਾਡੀ ਪੂੰਜੀ ਹੈ। ਖਾਨਾਏ ਜਿੰਨੀ ਸਾਡੇ ਤਜੋਰੀਆਂ ਤੇ ਬੈਂਕ ਬੈਲੈਂਸ, ਮਹਾਰਾਜ ਕਹਿੰਦੇ ਕੋਈ ਪੂੰਜੀ ਨਹੀਂ ਹੈ, ਪੂੰਜੀ ਤੇ ਨਾਮ ਦੀ ਸੀ। ਨਿਭਣ ਵਾਲੀ ਤੇ ਇਹ ਹੈ। ਦੁਨੀਆ ਦੇ ਵਿੱਚ ਇੱਕ ਸੀਮਾ ਤੱਕ ਨਿਭੇਗੀ, ਜਿਹੜੀ ਪਿਛਲੇ ਸ਼ਲੋਕ 'ਚ ਪੜ੍ਹ ਕੇ ਆਏ ਹੋ ਨਾ, ਘਰ ਦੇ ਛੱਤ ਦੀ ਕਿੰਨੀ ਕੁ ਦੌੜ ਹੁੰਦੀ ਹੈ, ਦੁਨੀਆ ਦੀ ਪੂੰਜੀ ਦੀ ਇੰਨੀ ਦੌੜ ਹੈ ਜਿਵੇਂ ਕੋਠੇ ਦੇ ਉੱਤੇ ਦੌੜ ਲਗਾ ਲੈਣੀ, ਮੁੜ ਕੇ ਪਰਤਣਾ, ਏਡੀ ਕੁ ਸੀਮਾ ਹੈ। ਪਰ ਉਸ ਪੂੰਜੀ ਦੀ ਕੋਈ ਸੀਮਾ ਨਹੀਂ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਥ ਸਾਥ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਵਸੈ। ਇਹ ਤੇ ਮਰਨ ਤੋਂ ਬਾਅਦ ਵੀ ਨਾਲ ਜਾਣ ਵਾਲਾ। ਦੁਨੀਆ ਦੀ ਪੂੰਜੀ ਕੋਈ ਜਾਏਗੀ? ਗੁਰੂ ਨਾਨਕ ਸਾਹਿਬ ਨੇ ਦੁਨੀ ਚੰਦ ਨੂੰ ਸੂਈ ਦਿੱਤੀ ਸੀ ਨਾ, ਇੰਨੇ ਝੰਡੇ ਝੁਲਦੇ ਨੇ, ਆ ਸੂਈ ਲੈ ਜੀ ਨਾਲ, ਫਿਰ ਪਹੁੰਚਾ ਦੀ। ਗੁਰੂ ਅਰਜਨ ਸਾਹਿਬ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਪੂੰਜੀ ਤੇ ਇਹ ਹੈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ, ਜਿਹੇ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਤਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕਾ ਨਾਮ। ਆਹਾ ਕਿੱਡਾ ਕਮਾਲ ਦੀ ਹੈ। ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਇਹ ਪੂੰਜੀ ਨਸ਼ਟ ਹੋ ਜਾएगी। संतो बंजिया नाम गोविंद का, ऐसी खेप हमारी, हर के नाम के व्यापारी, हीरा हाथ चढ़िया निर्मोलक, छूट गई संसारी। वली नियामत बिरादरां दरबार मिल्क खानाए, जब अजराइल बस्तनी। 4 फरिश्ते ने सलाम दे, चौथा फरिश्ता मौत दा है, अजराइल। उन्हां दा चौथा है, गुरबाणी दे विच पहला है। पहला मरण कबूल, ओहदे चौथा है। वो सब तो आखिरी याद करते हैं। गुरु नानक साहब सब तो पहले चेते कराते हैं, जाओ तो प्रेम खेलन का चाओ। गुरु साहब पहला चेते कराते हैं। जब अजराइल बस्तनी तब चेकारे बिदाए, जब उन्हें खिंच लिया ना वाला तो ये सब धरिया दा धरिया रह जाएगा। हवाल मालूम कर दंग पाक अल्लाह, वो नानक अरदास पेश दरवेश बंदा। इको एक साड़ी पूंजी है, संगत विच बैठिए ते सिमरन करिए। इस पूंजी नूं कोई खो नहीं सकता। दुनिया की पूंजी जिन्नी मर्जी होए मुबारक है, जे नाम की पूंजी नहीं तो महाराज कहते कादा की खटिया। जन्म सिरानो लेखा देना, आए कठन दूत जम लेना, क्या तय खटिया कहाँ गवाया, चलो शताब दीवान बुला। चल भी छेती चल, समा आ गया। बंदा कहे मेरे को इन्ना सी करोड़ा सी, कहता भरावा इत्थे नहीं चलती ये करंसी। मैं लंडन गया ना, इत्थों बस मैं एरोप्लेन ते चढ़े हाँ दिल्ली एयरपोर्ट, हजे प्लेन उड़िया ही है, तो मैं क्या चाह दे दो, तो मैं 500 का नोट कढ़िया, कहता जी ये नहीं चलती हुण। मैं क्या जी हजे तो थले इंडिया ही है, कहते ना हुण इत्थे पाउंड ही चलणगे। हजे लंडन नहीं आया, हजे 12 घंटे दूर है लंडन, हजे कई हज़ार किलोमीटर का सफ़र पिया है। वो कहता ना, मैनू कबीर साहब याद आ गया, कबीर साहब की गल याद आ गई। कहते इत्थे नहीं पूंजी चलनी। जे बंदा कहता है ना कि हजे कुछ ग्रां बाकी ने, 4 पैसे मैं वट लाँगा, तैनू भी कुछ दे दाँगा, जम कहते ये पूंजी नहीं चलनी। वो बीबी एयर होस्टेस कहती ये नहीं, ओनली पाउंड्स एंड डॉलर। मैं कमाल हो गई, हजे तो इंडिया छड्डिया भी नहीं, हजे तो उड्डे ही आ। कहते नहीं हुण नहीं चलनी। सच ये है जीवन का। ये जी तुसी दुबई चले जाओ,
ਤੁਸੀਂ ਬਹਿ ਜਾਓ ਫਲਾਈਟ ਦੇ ਵਿੱਚ, ਫਲਾਈਟ ਉੱਡੇਗੀ, ਤੁਸੀਂ ਕਹੋਗੇ ਚਾਹ ਆ ਜੀ ਮੈਂ 500 ਰੁਪਇਆ ਦੇਣਾ, ਉੱਥੇ ਵੀ ਨਹੀਂ ਲੈਣਗੇ, ਕਹਿਣਗੇ ਜਾਂ ਡਾਲਰ ਦਿਓ ਜਾਂ ਦਿਰਾਮ ਦਿਓ। ਬਈ ਜਦ ਸਾਡੇ ਇੱਥੇ ਹੀ ਕਰੰਸੀਆਂ ਨਹੀਂ ਚੱਲਦੀਆਂ, ਉੱਥੇ ਕਿਹੜੀ ਚੱਲ ਜਾਏਗੀ? ਇਹਨੂੰ ਬਾਬਾ ਫਰੀਦ ਅਗਲੇ ਸ਼ਲੋਕ ਵਿੱਚ ਕਹਿੰਦੇ, ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਰ, ਸਾਈ ਜਾਏ ਸੰਭਾਲ, ਜਿੱਥੈ ਹੀ ਤਉ ਵੰਜਣਾ। ਬੜਾ ਕਮਾਲ ਦਾ ਸ਼ਲੋਕ ਹੈ। ਬਾਬਾ ਫਰੀਦ ਕਹਿੰਦੇ ਦੁਨੀਆ ਦੀ ਪੂੰਜੀ ਤੈਂ ਇਕੱਠੀ ਕਰ ਲਈ, ਪਰ ਦੁਨੀਆ ਦੀ ਪੂੰਜੀ ਤੇ ਇੱਕ ਟਕਾ ਨਹੀਂ ਚੱਲਣੀ। ਬਾਬਾ ਫਰੀਦ ਜੀ ਦਾ ਸ਼ਲੋਕ ਹੈ, ਤੁਸੀਂ ਪੜ੍ਹ ਚੁੱਕੇ ਹੋ। ਸਾਡੇ ਤ੍ਰੈਮਣ ਦੇਹੁਰੀ, ਚੱਲੈ ਪਾਣੀ ਅੰਨ, ਆਇਓ ਦੁਨੀਆ ਆਇਓ ਬੰਦਾ ਦੁਨੀ ਵਿੱਚ, ਵੱਥ ਅਸੂਣੀ ਬਨ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਪਹਿਲਾ ਦਰਵਾਜ਼ਾ ਹੁੰਦਾ ਹੈ ਮਾਂ ਬਾਪ, ਮਿੱਤਰ, ਸਖਾ, ਭਾਈ, ਇਹ ਟੁੱਟ ਗਿਆ। ਦੂਜਾ ਦਰਵਾਜ਼ਾ ਹੁੰਦਾ ਦੌਲਤ, ਉਹ ਵੀ ਟੁੱਟ ਜਾਂਦਾ ਹੈ। ਤੀਜਾ ਦਰਵਾਜ਼ਾ ਹੁੰਦਾ ਸਾਡੀ ਪ੍ਰਾਪਰਟੀਆਂ, ਸਾਡੇ ਬੈਂਕ ਬੈਲੈਂਸ, ਸਭ ਟੁੱਟ ਜਾਂਦੇ ਆ। ਚੌਥਾ ਦਰਵਾਜ਼ਾ ਹੁੰਦਾ ਹੈ ਸਰੀਰ, ਤਾਕਤ, ਇਹ ਵੀ ਖਤਮ ਹੋ ਜਾਂਦਾ ਹੈ। ਮੌਤ ਸਾਰੇ ਦਰਵਾਜ਼ੇ ਭੰਨ ਕੇ ਆਉਂਦੀ ਹੈ, ਸਾਰੇ ਦਰਵਾਜ਼ੇ। ਵੈਸੇ ਇਹ 9 ਦਰਵਾਜ਼ਿਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਉੱਤੇ ਸਾਨੂੰ ਮਾਣ ਹੈ ਨਾ। ਬਾਬਾ ਫਰੀਦ ਦੇ ਸ਼ਲੋਕਾਂ 'ਚ ਇੱਕ ਇੱਕ ਕਰਕੇ ਸਾਰੇ ਭੰਨੇ ਗਏ ਨੇ। ਜਦ ਅੰਤਮ ਸ਼ਲੋਕ ਤੱਕ ਪਹੁੰਚੋਗੇ ਨਾ, ਬਾਬਾ ਫਰੀਦ ਸਾਰੇ ਦਰਵਾਜ਼ੇ ਭੰਨਣਗੇ। ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਹੀਰੇ ਮੋਤੀ ਢਾ ਜਾਨੀ ਚੱਲ ਗਏ। ਇਹ ਸਾਰੇ ਸਾਡੇ ਦੰਦ। ਬੰਦਾ ਸਵਾਦ ਰਸਾਂ ਕਸਾਂ ਤੋਂ ਕਦੀ ਰਜਦਾ, ਬਾਬਾ ਫਰੀਦ ਕਹਿੰਦੇ ਦੰਨ ਭੱਜੇ ਜਾਂਦੇ ਹੈ, ਮੂੰਹ 'ਚ ਖਾਣ ਜੋਗਾ ਦੰਦ ਨਹੀਂ ਰਹਿੰਦਾ, ਪਰ ਬੰਦਾ ਦਾਣਿਆਂ ਤੋਂ ਕਦੀ ਰਜਿਆ? ਸਿੱਧੀ ਗੱਲ। ਕਦੀ ਬੰਦਾ ਨਿੰਦਾ ਚਿੰਦਾ ਤੋਂ, ਸੁਣਨ ਤੋਂ ਥੱਕਿਆ ਅੱਕਿਆ? ਬਾਬਾ ਫਰੀਦ ਕਹਿੰਦੇ ਸੁਣਨ ਦੀ ਤਾਕਤ ਘਟ ਜਾਏਗੀ, ਪਰ ਅੰਦਰ ਨਿੰਦਾ ਦਾ ਬਾਣ ਰਸ ਨਹੀਂ ਘਟੇਗਾ। ਬੜੀ ਕਮਾਲ ਦੀ ਗੱਲ ਹੈ ਬਾਬਾ ਫਰੀਦ ਦੇ ਸ਼ਲੋਕਾਂ 'ਚ। ਬਾਬਾ ਫਰੀਦ ਕਹਿੰਦੇ ਫਰੀਦਾ ਮੰਡਪ ਮਾਲ ਨਾ ਲਾਏ, ਜਿਨ੍ਹਾਂ ਨਾਲ ਤੈਨੂੰ ਚਿੱਤ ਲਾਉਣਾ ਚਾਹੀਦਾ ਸੀ ਤੂੰ ਉਹਨਾਂ ਨਾਲ ਨਹੀਂ ਲਾਇਆ, ਤੇ ਜਿਨ੍ਹਾਂ ਨਾਲ ਤੈਨੂੰ ਲਾਣਾ ਚਾਹੀਦਾ ਉਹਨਾਂ ਨਾਲ ਲਾ ਲੈ, ਤੇ ਜਿਨ੍ਹਾਂ ਨਾਲ ਨਹੀਂ ਲਾਣਾ ਚਾਹੀਦਾ ਤੇਰੇ ਚਿੱਤ ਵਿੱਚ ਉਹੀ ਕੁਛ ਵਸਦਾ ਪਿਆ। ਤੇਰਾ ਮਨ ਉੱਥੇ ਹੀ ਹੈ। ਜਿਹਨੂੰ ਹੁਣੇ ਹੀ ਪੜਿਆ ਸ਼ਬਦ ਕਿ ਕਾਨ ਕੁੰਡਲੀਆ, ਬਸਤਰ ਉਡਲੀਆ, ਸੇਜ ਸੁਖਲੀਆ, ਮਨ ਗਰਬਲੀਆ। ਪਹਿਲਾ ਸ਼ਬਦ ਹੀ ਹੈ। ਮੋਤੀ ਤਾਂ ਮੰਦਰ ਊਸਰੈ, ਸ੍ਰੀ ਰਾਗ ਮਹੱਲਾ ਪਹਿਲਾ। ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਹੋ। ਸਭ ਕੁਛ ਹੋਏ ਤੇਰੇ ਘਰ, ਮੋਤੀ ਦੇ ਵੀ ਹੋ ਜਾਣ ਨਾ ਬੇਸ਼ੱਕ, ਤੂੰ ਸੰਗਮਰਮਰ ਦੀ ਜਗ੍ਹਾ ਹੀਰੇ ਵੀ ਲਗਾ ਲੈਣ ਆਪਣੀ ਕੰਨਾਂ ਤੇ, ਪਰ ਫਿਰ ਵੀ ਯਾਦ ਰੱਖੀ ਮਤ ਦੇਖ ਭੂਲਾ ਵੀਸਰੈ। ਇਹ ਦੇਖ ਕੇ ਕਿਤੇ ਵਾਹਿਗੁਰੂ ਨਾ ਭੁੱਲ ਜਾਏ, ਤੇਰਾ ਚਿੱਤ ਨਾ ਆਵੇ ਨਾ ਹੋ। ਜੇ ਵਾਹਿਗੁਰੂ ਭੁੱਲ ਗਿਆ, ਇਹ ਘਰ ਹੀ ਤੇਰੇ ਲਈ ਅੱਗ ਬਣ ਜਾਣਗੇ। ਹਰ ਬਿਨ ਜੀਓ ਜਲ ਬਲ ਜਾਉ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਈ ਥਾਂ। ਇਹ ਥਾਂ ਨਹੀਂ ਹੈ ਜਿੱਥੇ ਅਸੀਂ ਬਣਾਈ ਬੈਠੇ ਹਾਂ, ਸਾਡੀ ਥਾਂ ਕੋਈ ਹੋਰ ਹੈ। ਫਰੀਦਾ ਮੰਡਪ ਮਾਲ ਨਾ ਲਾਏ, ਇਹਨਾਂ ਨਾਲ ਨਾ ਚਿੱਤ ਲਾ। ਚਿੱਤ ਪਤਾ ਕਿੱਥੇ ਰੱਖ? ਮਰਗ ਸਤਾਣੀ ਚਿੱਤ ਧਰ। ਮਰਗ ਕਹਿੰਦੇ ਮੌਤ, ਸਤਾਣੀ ਸਾਤਾਨ, ਜਿਹਦੀ ਤਾਕਤ ਅੱਗੇ ਕੋਈ ਵੀ ਨਹੀਂ ਰਿਹਾ, ਜਿਹਦੀ ਤਾਕਤ ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਜਿਹਦੀ ਤਾਕਤ ਅੱਗੇ ਕੋਈ ਨਾ ਟਿਕ ਸਕਿਆ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਸਭ ਦਰਵਾਜ਼ੇ ਭੰਨ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਤਿਆਰੀ ਕੀਤੀ, ਫਿਰ ਲੈ ਕੇ ਚਲੋ। ਤੇ ਫਿਰ ਦੇਖੋ ਬੰਦਾ ਚਲਿਆ ਚੌ ਜਣਿਆਂ ਦੇ ਕੰਨ। ਜਿਹੜਾ ਬੰਦਾ ਕਹਿੰਦਾ ਸੀ ਮੈਂ ਹੀ ਮੈਂ ਹਾਂ, ਅੱਜ 4 ਬੰਦੇ ਉਹਨੂੰ ਚੱਕ ਕੇ ਲੈ ਕੇ ਤੁਰੀ ਫਿਰਦੇ ਨੇ। ਇਹ ਸੱਚ ਹੈ। ਇਹ ਚੇਤਾ ਕਰੀ, ਮਰਗ ਸਤਾਣੀ ਚਿੱਤ ਧਰ। ਜਿਹੜੀ ਸਤਾਨ ਤਾਕਤ ਵਾਲੀ ਮੌਤ ਹੈ, ਜਿਹਨੇ ਆਉਂਦਿਆਂ ਸਾਰ ਕੁਛ ਨਹੀਂ ਪੁੱਛਣਾ। ਸਾਡੇ ਤ੍ਰੈਮਣ ਦੇਹੁਰੀ, ਚੱਲੈ ਪਾਣੀ ਅਨ, ਆਇਓ ਬੰਦਾ ਦੁਨੀ ਵਿੱਚ, ਵੱਥ ਅਸੂਣੀ। ਵੱਥ ਅਸੂਣੀ, ਅਸੂਣੀ ਪਤਾ ਕਿਹਨੂੰ ਕਹਿੰਦੇ? ਨਿੱਤ ਦੀ ਤਿਆਰੀ, ਨਿੱਤ ਦੀ ਤਿਆਰੀ। ਸਵੇਰੇ ਉੱਠਦਿਆਂ ਸਾਰ 100 ਸਾਲ ਦੀ ਤਿਆਰੀ ਬੰਦੇ ਦੀ ਹੋ ਜਾਂਦੀ ਕਿ ਸਮਾਨ 100 ਬਰਸ ਕਾ, ਖਬਰ ਪਲ ਕੀ ਵੀ ਨਹੀਂ। ਬੰਦੇ ਦੀ ਤਿਆਰੀ ਇੰਨੀ ਹੈ, ਮੈਂ 100 ਸਾਲ ਜੀਣਾ। ਬਾਬਾ ਫਰੀਦ ਕਹਿੰਦਾ ਉਹ ਨਹੀਂ ਚੇਤਾ ਕਿ ਹੋ ਸਕਦਾ ਹੈ ਹਮ ਆਦਮੀ ਹਾਂ ਇੱਕਦਮੀ,
मोहलत मोहत न जाना, तू 100 वरियां की पिड़ बन्नी। गुरु नानक साहब का बचन है, सबाही सलाह जिनी ध्याया, एक मन सही पूरे शाह, वक्त है उपर लड़ मुए, दूजे बहुते राह, मन कियां मती खिंडियां, बहुते पे असगा, गोते खाए ना निकलें, तीजे पैर दे विच फिर भुख लग गई, खादा होए सुआ, भी खाने स्यों दोस्ती, चौथा आई ऊंग, फिर नींद आ गई, रात में बंदा सौ गया, लत्तां वहां पसार के पवाल गया, मारी कहते सौ गया। फिर उठदियां सार कोई रब की बंदगी, कोई भगती नहीं, ईट वर्क स्लीप एंड रिपीट। बस गुरु नानक साहब कहते बंदा यही कर रहा, ईट वर्क स्लीप रिपीट, सारी उम्र ये रिपीट ते लग गया, जो करना सी करनो हुतो सो ना कियो। गुरु तेग बहादुर साहब, चेते कर मर्ग सताणी चित धर, मरना एक दिन लेखा देना है, साई जाए संभाल। साई का मतलब वो थां, जेड़ी थां तेरी अपनी है, जेड़ी थां तेरी है वो है निज घर, इत्थे तू गया नहीं, इस कोठड़े दे अंदर कोठड़ी है, वो अंदर परम कोठी है, ये अंदर ध्यान नहीं धरिया तू, कभी चित नहीं टिकाया, जो ब्रह्मंडे सोई पिंडे, जो खोजै सो पावे। साई जाए संभाल, वो थां नूं सांभ लै, चेते रख, जिथे ही तौ वंजना, जिक्र किया बाहर कब्रस्तान का, कि जिथे एक बारी दफन कर दिता जाता, फिर बंदा उत्थे दा ही हो जाता है, वो पक्की थां है। बाबा फरीद कहते कहते ये है, होर कोई रजिस्ट्री बंदा इत्थे नहीं लिखवा के आया, कोई पटे नहीं लिखवा के आया, सी रब दे दरों तो नंगे आया, खाली हथ आया, माण इन्ना हो गया सानू भी ये भी साडा, ये भी साडा। बाबा फरीद कहता बस 3.5 अपनी बाहां दियां गिणती कर लै, 19 तेरा पटा लिखिया होया रब दे दरों, उथे ही तू पैना है, ओडी कि तेरी है, 19 थां है, मिट्टी का शरीर है, मिट्टी हो जाना। फरीदा खाक ना निंदी है, खाकू जेड़ ना कोई, जीवन दियां पैरां तले मोयां उपर होए। ये चीज़ नूं चेते रख। की चेते है? महाराज जी कहते चेते है मरना। फरीदा जिन्नी कमी ना है गुण, ते कमड़े विसार। जिन्ना कम्मां विच गुण ही नहीं है। केड़ा गुण? 3 गुणां दा जिक्र बाबा फरीद करदे आ। कवन सो अखर, कवन गुण, कवन सो मणियां मंत, कवन सो वेसो हों करी, जित वस आवे कंत। सुनो गुण केरा, निवण सो अखर, खवन गुण। खवन कहते बर्दाश्त करने वाला गुण। बंदे विच सब कुछ है, अज दे बंदे विच बर्दाश्त का मादा नहीं है। क्यों? जिथे रब की भगती नहीं है, उत्थे बर्दाश्त का मादा नहीं है। जिथे रब की भगती है ना, वो तो तत्तियां तवियां भी बर्दाश्त कर जाते, वो तो 4 पुत्रां दियां शहादतां भी देख के कहते हैं, इन पुत्रन के सीस पर वार दिए सुत 4। वो तो कोई आखै भूतना को कह बेताला, कोई आखै आदमी, नानक बेचारा भया दीवाना शाह का, नानक बौराना। वो तो ये भी बर्दाश्त कर जाते। ये है खवन गुण। निवण सो अखर खवन गुण, जिहवा मणियां मंत। ए 3 भैणे वेस कर, तां वस आवई कंत। तां प्रभु वस आएगा। जिनी कमी नाहे गुण, जिन्हां कम्मां दे विच सबर दा गुण नहीं पैदा होया, जिस काम दे विच निवण निमरता नहीं आई, जिस काम दे विच तैनूं कीतियां रब दा चेता नहीं आया, इहदा मतलब भला वाला काम तू कीता ही नहीं। तू उही काम कीते जिन्हों गुरु नानक साहब कहते शब रोज़ गश्तम दर हवा। बड़ा अर्थ सुख है। शब का मतलब रात है, रोज़ का मतलब दिन है, गश्तम का मतलब निकल जाना, दर हवा, हवा का मतलब है हवस। कहते रात भी ते दिन भी तेरे अंदर हवस है, जिन्हों असीं कहते तृष्णा, विकार, अंदर दी विकारी बिरती। शब रोज़ गश्तम, रात भी लंघ रहा, दिन भी लंघ रहा। दर हवा कर देम बदी ख्याल, सदा ही बदी है। गाहे ना ने की कार करदम, मम ची इनी अहवाल। एक नेकी का ख्याल अंदर नहीं आया, कदी वो काम नहीं किया जिन्हां कम्मां दे नाल चंगे वाहिगुरू दे गुण चेते आ। गुरु रामदास ने गुण की गल की है, बैराड़ी महला चौथा। हर जन राम नाम गुण गावे,
जे कोई निंद करे हर जन की अपना, ਉਹ ਬੰਦਗੀ ਕਰ, ਉਹਦੇ ਗੁਣ ਗਾ, ਜਿਹਦੇ ਗੁਣ ਗਾਇਆ ਤੇਰੇ ਅੰਦਰ ਗੁਣ ਪੈਦਾ ਹੋ ਜਾਣ, ਤੇਰੇ ਅੰਦਰ ਗੁਣ ਪੈਦਾ ਹੋ ਜਾਣ। ਕੋਈ ਨਿੰਦਾ ਵੀ ਕਰੇ ਤਾਂ ਵੀ ਤੂੰ ਉਹਨੂੰ ਖਿਮਾ ਕਰ ਦੇ, ਜਿਹਨੂੰ ਬਾਬਾ ਫਰੀਦ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਇਹ ਗੁਣ ਹੈ। ਪਰ ਜਿਨ੍ਹਾਂ ਕੰਮਾਂ 'ਚ ਗੁਣ ਨਹੀਂ, ਇਹਦਾ ਮਤਲਬ ਸਿੱਧਾ ਸੰਕੇਤ ਬਾਬਾ ਫਰੀਦ ਦਾ ਇਹ ਹੈ ਕਿ ਕੋਈ ਰਾਤੋਂ ਰਾਤ ਬ੍ਰਹਮ ਗਿਆਨੀ ਨਹੀਂ ਬਣਦਾ, ਕੋਈ ਰਾਤੋਂ ਰਾਤ ਸੰਤ ਨਹੀਂ ਬਣ ਸਕਦਾ। ਸੰਤ ਬਣਨ ਦੀ ਜੁਗਤ, ਬ੍ਰਹਮ ਗਿਆਨੀ, ਗੁਰਮੁਖ, ਸਿੱਖ, ਸਾਧ ਤੇ ਸੇਵਕ, ਚਾਕਰ ਬਣਨ ਦੀ ਜੁਗਤ ਹੈ। ਉਹਨਾਂ ਕੰਮਾਂ ਨੂੰ ਆਪਣੇ ਜੀਵਨ ਵਿੱਚੋਂ ਕੰਮ ਖਤਮ ਕਰਨਾ ਸ਼ੁਰੂ ਕਰ, ਜਿਨ੍ਹਾਂ ਕੰਮਾਂ ਕਰਕੇ ਤੇਰੇ ਅੰਦਰ ਰੱਬ ਵਿਸਰ ਰਿਹਾ, ਉਹਦੇ ਗੁਣ ਨਹੀਂ ਪੈਦਾ ਹੋਏ। ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ। ਇਹ ਕਿਹੜਾ ਕੰਮ? ਕ੍ਰੋਧ ਵਾਲਾ, ਕਾਮ ਵਾਲਾ, ਲੋਭ ਵਾਲਾ, ਅਹੰਕਾਰ ਵਾਲਾ, ਝੂਠ ਵਾਲਾ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਬਾਬਾ ਸ਼ੇਖ ਫਰੀਦ ਦਾ ਸ਼ਬਦ ਹੈ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀ ਹੈ। ਬਾਬਾ ਫਰੀਦ ਕਹਿੰਦੇ ਉਹ ਵਿਸਾਰ ਨਹੀਂ ਤੇ ਮਤ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਬਾਰ। ਦਰਬਾਰ ਕਹਿੰਦੇ ਆ ਉਹਦੇ ਦਰਗਾਹ ਦੇ ਵਿੱਚ ਤੂੰ ਸ਼ਰਮਿੰਦਾ ਨਹੀਂ ਹੋਏਗਾ ਜੇ ਤੇਰੇ ਅੰਦਰ ਮਾੜੇ ਗੁਣਾਂ ਦਾ ਨਾਸ਼ ਹੋ ਜਾਏ। ਕਿਉਂ? ਉੱਥੇ ਲੇਖਾ ਹੋਣਾ, ਹਾਂ ਹੋਣਾ, ਜਨਮ ਸਿਰਾਨੋਂ ਲੇਖਾ ਦੇਣਾ। ਗੁਰੂ ਨਾਨਕ ਸਾਹਿਬ ਨੇ ਕਿਹਾ ਤੇ ਫਿਰ ਝੂਠ ਥੋੜੀ ਹੈ। ਮਹਾਰਾਜ ਜੀ ਕਹਿੰਦੇ ਕਿ ਇਸ ਸੰਸਾਰ ਵਿੱਚ ਬੰਦੇ ਦੇ ਕੀਤੇ ਹੋਏ ਕਰਮਾਂ ਦੀਆਂ ਜੰਜੀਰਾਂ ਨਹੀਂ ਬੰਦੇ ਨੂੰ ਬੰਨ੍ਹ ਦੇਣਾ। ਇਹ ਹੈ ਕਿ ਨੰਗਾ ਦੋਜ਼ਕ ਚਾਲਿਆ, ਰਾਹ ਦਿਸੈ ਖਰਾ ਡਰਾਵੜਾ। ਡਰਾਉਣਾ ਦਿਸਦਾ ਕੀ? ਆਪਣੇ ਕੀਤੇ ਹੋਏ ਪਾਪ ਕਰਮ ਹੀ ਸਾਨੂੰ ਡਰਾਉਣੇ ਲੱਗਦੇ ਨੇ। ਇਹ ਹੈ ਸੱਚ। ਮਤ ਸ਼ਰਮਿੰਦਾ ਥੀ ਵਈ ਸਾਈਂ ਦਾ ਦਰਬਾਰ, ਲੇਖਾ ਰੱਬ ਮੰਗੇਸੀਆ। ਤੂੰ ਆਹੋ ਕਿਹੜੇ ਕੰਮ, ਕਿਹੜੇ ਕੰਮ ਆਏਗਾ ਫਿਰ ਜੇ ਸ਼ਰਮਿੰਦਾ ਹੋ ਗਿਆ? ਫਿਰ ਜੇ ਸ਼ਰਮਿੰਦਾ ਹੋਏਗਾ ਫਿਰ ਜੀਵਨ ਨਹੀਂ ਹੈ। ਜੀਵਨ ਤੇ ਉਹ ਹੈ ਰੇ ਰੇ ਦਰਗਹ ਕਹੈ ਨਾ ਕੋ ਆਓ ਬੈਠ ਆਦਰ ਸਭ ਦਿਓ। ਫਿਰ ਸ਼ਰਮਿੰਦਾ ਨਹੀਂ ਹੋਏਗਾ। ਗੁਰੂ ਅਮਰਦਾਸ ਜੀ ਸਤਿਗੁਰ ਭਾਣਾ ਆਪਣੇ ਬਹਿਸ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਸੀ ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ, ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ। ਰੱਬੀ ਦਰਗਾਹ ਦਾ ਸਰੋਪਾ ਮਿਲੇ ਮਰਨ ਤੋਂ ਪਹਿਲਾਂ ਤਾਂ ਹੈ ਜੀਵਨ। ਗੁਰੂ ਅਮਰਦਾਸ ਜੀ ਕਹਿੰਦੇ ਉਹਦਾ ਸਰੋਪਾ ਹੈ, ਸ਼ਰਮਿੰਦਗੀ ਨਹੀਂ ਹੈ। ਉਹਨੇ ਬੁਲਾਇਆ, ਮਿੱਤਰ ਨੇ ਬੁਲਾ ਲਿਆ, ਹੁਣ ਖੁਸ਼ੀ ਹੈ। ਸੰਤ ਮੁਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਰਾਹੇ ਭਰਾਂਦ। ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ। ਭਰਾਂਦ ਦਾ ਮਤਲਬ ਕੀ ਹੈ? ਅਹੰਕਾਰ। ਚਾਕਰ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੈ, ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਭਾਏ। ਹੁਰਮਤ ਤਿਸਨੋਂ ਅਗਲੀ ਉਹ ਵਜੋ ਵੀ ਦੂਣਾ ਖਾਏ। ਪਰ ਯਾਦ ਰੱਖੀਏ, ਖਸਮੈ ਕਰੈ ਬਰਾਬਰੀ ਫਿਰ ਗੈਰਤ ਅੰਦਰ ਪਾਏ। ਵਜੋ ਹੋ ਗਵਾਏ ਅਗਲਾ ਮੋਹਿ ਮੋਹ ਪਾਣਾ ਖਾਏ। ਛਿੱਤਰ ਪਹਿਲੇ ਮੂੰਹ ਤੇ। ਜੇ ਭਰਾਂਦ ਰੱਖੀਏ, ਖਸਮ ਦੀ ਬਰਾਬਰੀ ਕਰੀਏ, ਉਥੇ ਹੁਕਮ ਨਹੀਂ ਚੱਲਦਾ। ਚਾਕਰ ਲੱਗੇ ਚਾਕਰੀ ਨਾਲੇ ਘਰ ਵਿਵਾਦ। ਤੂੰ ਚਾਕਰ ਬਣ ਕੇ ਚਾਕਰੀ ਵੀ ਕਰਦਾ ਤੇ ਤੂੰ ਹੁਜਤਾਂ ਵੀ ਕਰਦਾ। ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਦਿਲ ਦੀ ਲਾਹੇ ਭਰਾਂਦ, ਆਪ ਗਵਾਏ ਸੇਵਾ ਕਰੇ ਤਾ ਕਿਛ ਪਾਏ ਮਾਣ। ਸਾ ਸੇਵਾ ਕੀਤੀ ਸਫਲ ਹੈ। ਗੁਰੂ ਅਮਰਦਾਸ ਜੀ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਦਿਲ ਦੀ ਲਾਹੇ ਭਰਾਂਤ, ਆਪਣੇ ਮਨ ਦਾ ਬੋਝ ਪਾਪ ਦੂਰ ਕਰ, ਹੁਜਤਾਂ ਦੂਰ ਕਰੀ, ਚਲਾਕੀਆਂ ਨਾ ਕਰੀ। ਮਹਾਰਾਜ ਜੀ ਦਾ ਬਚਨ ਪੜ੍ਹਦੇ ਆ ਨਾ, ਇਹ ਆਨੜੀਏ ਮਾਨੜਾ ਖਾਏ ਕਰੇ। ਕਿਹੜੇ ਅਹੰਕਾਰ 'ਚ ਤੂੰ ਮੂੰਹ ਚੱਕ ਕੇ ਆਈ ਹੈ? ਮੈਂ ਵੀ ਬਹੁਤ ਹੁੰਦੀ ਹਾਂ। ਨਾ ਨਾ ਨਾ, ਦਿਲ ਦੀ ਲਾਹੇ ਇੱਥੇ ਨਹੀਂ ਚੱਲਦਾ।
ਆਪਨੜਾ ਘਰ ਹਰ ਰੰਗੋ ਕੀਨਾ ਮਾਣੇ, ਸ਼ੋ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ, ਭੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾ ਸ਼ੋ ਧਰੈ ਪਿਆਰੇ। ਇਹ ਹੈ, ਇਹ ਹੈ ਏਵ ਕਹੈ ਸੁਹਾਗਣ ਭੈਣੇ, इन्हीं बाती शो पाइए, जो किछ करे सो भला कर मानिए। एक तुक पढ़ो, हिकमत हुक्म चुकाइए, दिल दी लाहे भरांत, चलाकियां उतार के आई इत्थे। जाके प्रेम पदारथ पाइए, तो चरणी चित लाइए, शौक कहे सो कीजै, दिल दी लाहे भरांत, तन मनो दीजै, दिल दी लाहे भरांत, ऐसा परमल लाइए। एव कहे सुहागणी भैणे, इन्हीं बाती ये है शौ दी प्राप्ति का, दिल दी लाहे प्रांत। मैल अंदर भरी हुई है, महाराज कहते वो सेवा नहीं, सेवा तो है सेव की संतोखी, जिनी सच्चों सच ते आया उन्हीं मंदे पैर ना रखियो, कर सुकृत धर्म कमाया। दिल दी लाहे प्रांत, उन्हीं दुनिया तोड़े बंधना। लोगन की चतुराई उपमा ते बैसंतर जार, कोई भला कहो भावें बुरा कहो, हम तन दियो है ढार, दिल दी लाहे प्रांत। मैं आ गया तेरे दर पे, जे गुर झड़के तां मीठा लागे, जे बख्शे तां गुर वडियाई, पाला ककर वर्फ वर्ष है, गुर से गुर देखण जाई, समुद्र सागर हो वह बोखारा। जो मर्जी होए, मन दे अंदर ओ ना होए हम भी होते हैं ना, इत्थे ते त्याग है, इत्थे समर्पण है, इत्थे सब कुछ देना पैंदा है। इत्थे ते हमारी जात पात गुर सतगुर, हम सिर वेचियो गुर कह, वेचता सिर रख दिता, दिल दी लाहे प्रांत। ये है जुगत कि लोगों की सारी होजत छड़नी पएगी। दुनिया तोड़े बंदना, अन पानी थोड़ा खाया, तू बख्शीशी अगला, नित देवै चढ़ै सवाया, वडियाई वड्डा पाया। भाई गुरदास जी, मुर्दा होए मुरीद ना गल्ली होवना, साबर सिदक शहीद भ्रमपो खोवना, गोला मुल खरीद कारे जोवना, दिल दी लाहे प्रांत। मुर्दा हो जाना पैना, ना तिस भुख ना नींद ना खाना सोवना, सेवक होए संजीद ना हसन रोवना। दुनिया का हसना रोना नहीं होना चाहिए, दिल दी लाहे प्रांत। रोना हसना हुण खसम दा, जिन पट अंदर बाहर गुदड़ ते भले संसार, तिना नेह लगा रब सेती, देखना विचार, रंग हसै रंग रोवै, दिल दी लाहे प्राण। चुप पी कर जाए परवाह नाही, किसै केरी बाज सच्चे ना, सेवक होए संजीद ना हसन रोवना। ते जेड़ा इवें है, भाई गुरदास कहंदे कहंदे जिवें ईद दे चंद दी उड़ीक सारे मुसलमानां नूं हुंदी है ना, बई रोज़ा अज पूरा होएगा साडा, साढ़े 40 दिनों की मशक्कत नूं अज फल लगेगा। जिवें ईद का चंद उड़ीकिया जाता वेखण लई सारे वेखदे आ, इवें जिदे अंदर सेवक ने जिदे दिल की भरांत ला के सेवा की ना, भाई गुरदास कहते वो ईद का चंद हो जाता है, सारे उन्होंने वेखते हैं, फिर सारे उन्होंने लोचते हैं, वो उड़ीक करते हैं। सेवक होए संजीत ना हसन रोवना, चंद मुबारक ईद पुग खलोवना। ईद के चंद की तरह वो नवेकला होंदा है, साल च एको बारी चढ़ता है ईद का चंद। यह है दरवेश की परे निशानी दसी है। समाप्ति है हुण इस श्लोक ते ही। फरीदा साहिब दी कर चाकरी, दिल दी लाहे प्रहांद, दरवेशां नो लोड़िए, रुखां दी जी रांद। बड़ा कमाल दा बचन है। दरवेश ये दो लफ्ज़ां तो बनया, दर प्लस वेस। दर कहंदे दरवाज़ा, ते दरवाजे ते खड़े होने वाला, दरवाजे ते टिकण वाला। दरवेश क्या है? ये दरवेश है। वैसे कुत्ते लई साडे पंजाब दा बड़ा, जिन्हों असीं कहंदे ना इज्जत देने वाला लफ्ज़ है। कुत्ते नूं कदी कुत्ता नहीं सी कहंदे बुजुर्ग, दरवेश कहंदे सी। क्यों? कुत्ता मालक दा दर नहीं छड्डदा। असल दरवेश वो है जिन्हों गुरु तेग बहादुर साहब कहंदे ना कि जे रब दी चाकरी भगती करनी है, स्वामी को ग्रह ज्यों सदा, स्वान तजत नहीं नित, नानक एह बिद हर भजो एक मन होए
एक चित। ਇਹਦਾ मतलब सीखना है दरवेश कुत्ते तो भी। कबीर कुकर राम को मुतिया मेरो नाओ, गले हमारे जेवरी जह खिंचै तह जाओ। दरवेश है दर ते टिकण वाला, दर छड़ के जाण वाला नहीं। बाबा फरीद कहते मैं जे ये दर छड़ दा, मैं जे दरवाज़ा छड़ दा, फिर मैनू मार दी। बार पराए बैसना साईं मुझे ना दे, जे तू एवें रखसी जीओ शरीरों ले। कबीर साहब इस दर बारे कहते मैं तेरे दर दा दरवेश हाँ। जे दर आवत जात हो हट कै ना ही कोय, सो दर कैसे छोड़ी है जो दर ऐसा हो। ते केड़ा दर? दरवेश कौन है? महाराज जी गुरु नानक साहब कहते हैं दिल दरवानी जो करे, दरवेशी दिल रास, इश्क मोहब्बत नानका लेखा करते पास। दरवेश वो है जिहड़ा अपने दिल नूं खोजे, ये ना होए कि दूजियां दे घरां दी सदा ही नज़र रखे। जे दूजियां दे घर नज़र है फिर तू दरवेश नहीं हो सकता। दूजियां दा छड्ड के अपने घर दे उत्ते खबरदार हो। इत्थे खबरदार कि केड़ा विकार इहदे उत्ते हावी हो रहा है। पाप नूं छड्ड, जिहड़ा पिछला श्लोक पढ़िया ना कि तू पाप दिल दी लाहे प्राण तो पहला पढ़िया, ते कमड़े विसार। ये है दरवेश की पहली निशानी। जिहड़ा अपने मन नूं वेख लैंदा है फिर वो दरवेश बनता है, रब दे दर ते खड़ा हुंदा है। दरवेश होना बड़ा मुश्किल है। दरवेश की गाथा कल करांगे। दरवेशां नूं लोड़ी है रुखां दी जीरांद। ते बाबा फरीद फिर दरवेश किहो जिहा हुंदा है वो भी दस दो। किहड़ा बंदा दरवेश बनता है? कहंदे दरवेश बंदियां वर्गा बंदा नहीं हुंदा, दरवेश ते रुख ही हुंदा है। जे दरवेश होना है फिर रुख हो जा। कहंदे किवें? कहंदे सर्दी है, गर्मी है, मीह है, बरसात है, झक्खड़ है, नेरी है, रुखा है, सुखा है, हड़ ने, जिदियां जड़ां मजबूत ने वो रुख खड़ा ही है। जेठ हाड़ विच भी खड़ा है ते पोह ते पाले विच भी खड़ा है। बर्फीली रुत विच भी खड़ा है, रात भी खड़ा है ते दिन भी। दरवेश होना है ते रुख वर्गा हो जा। बाबा फरीद कहंदे रब दा हुक्म जिवें मर्जी वरते, केतियां दुख भूख सद मार, ए पेदात रुख की तरह खड़ जा कि रब तेरे दर ते मैं खड़ा, तेरा दर छड़ के नहीं जाना। भावें तत्ती वाह वहिंदी होए दुखां दी ते पाले दी खुश्क, तेरा हुक्म वरतदा होए, तेरा दर छड़ के नहीं मैं जा सकदा। ये है दरवेशां नूं लोड़ी है रुखां दी जीरांद। जीरांद कहंदे सुभाअ, रुख दा होना। जिस तरह रुख है उस तरह कोई रब दा दरवेश हो सकता है। अब हम चली ठाकुर पै हार, जब हम शरण प्रभु की आई, राख प्रभु पावें मार। सतगुरु जी बख्शिश करन। 60 श्लोकां तक आप संगतां, 61 श्लोकां तक, 61वां श्लोक कल पढ़ांगे। 60 श्लोकां तक आप संगतां दे अज दर्शन कीते ने। हुण अगले जिन्ने श्लोक होर ने 65 श्लोकां तक विचार है जी। वो हुण 5 श्लोक आप संगतां दे नाल कल नूं सांझे करांगे। ते कल खास करके दास ये बेनती करदे फवायदुल फवाद दिलां लई राहत विचों मैं बहुत सारा कुछ बाबा शेख फरीद जी का जीवन जिहड़ा है प्रोफैसर प्रीतम सिंह ने लिखिया, डॉक्टर गुलजार सिंह होरां ने लिखिया, वो जरूर रखण दा यतन करांगा जी। श्री गुरु ग्रंथ साहब जी का धन्नवाद, आप संगतां दा, बाबा फरीद जी होरां दा, धन गुरु नानक साहब महाराज जी का समूचे तौर पर इस पावन स्थान के सेवादार बाबा जी होरां दा, भाई साहब भाई हरपाल सिंह जी होरां दा, सब का धन्नवाद है। हरप्रीत सिंह जी आए ने, आप संगत